ਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨਾ, ਪ੍ਰਗਟ ਸੋਪਾਨ ਸਮਾਨ। ਨਿਖਲ ਦੁਐਤ ਤਮ ਹਰਨ ਕੋ, ਸ਼ਰਨ ਸਦਾ ਸੁਖ ਦਾਨ। ਨਿਤ ਪ੍ਰਕਾਸ਼ ਸ੍ਰੀ ਗੁਰ ਚਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪਤਿਤ ਪਾਵਨ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਸਾਹਿਬੇ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ, ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਸਾਧ ਸੰਗਤ ਜੀਓ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਦਰਬਾਰ ਦੀਵਾਨ ਸਜੇ ਹਨ। ਸੰਧਿਆ ਦੇ ਸਮੇਂ ਤੋਂ ਹੀ ਆਪ ਸੰਗਤਾਂ ਨੇ ਹਾਜ਼ਰੀ ਭਰ ਕੇ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਗੁਰੂ ਜੀ ਕੀ ਧੁਰ ਕੀ ਬਾਣੀ, ਸੋ ਦਰ ਰਹਿਰਾਸ ਸਾਹਿਬ ਬਾਣੀ ਦਾ ਜਾਪ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋ ਗੁਰ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ। ਹੁਣ ਉਸ ਕਥਾ ਦਾ ਸਮਾਂ ਹੋਇਆ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੋਦੀਖਾਨੇ ਦੀ ਜਿਹੜੀ ਕਿਰਤ ਕਮਾਈ ਉਹ ਛੱਡ ਦਿੱਤੀ। ਬਾਹਰ ਜਿਹੜਾ ਸ਼ਮਸ਼ਾਨ ਘਾਟ ਹੈ ਉੱਥੇ ਜਾ ਕੇ ਬੈਠੇ ਰਹੇ ਸਮਾਧੀ ਲੀਨ। ਗੁਰੂ ਜੀ ਦਾ ਸਹੁਰਾ ਮੂਲ ਚੰਦ ਜਦੋਂ ਉਹਨੂੰ ਪਤਾ ਲੱਗਾ ਵੀ ਮਹਾਰਾਜ ਜੀ ਦੇ 760 ਰੁਪਈਏ ਬਾਕੀ ਦੇ ਹਨ ਨਵਾਬ ਵੱਲ, ਨਵਾਬ ਕੋਲ ਜਾ ਕੇ ਫਰਿਆਦ ਕੀਤੀ। ਮੁੱਲੇ ਨੂੰ ਨਵਾਬ ਨੇ ਭੇਜਿਆ। ਨਵਾਬ ਨੇ ਜਿਹੜਾ ਮੁੱਲੇ ਨੂੰ ਭੇਜਿਆ ਸੀ ਕਿ ਜੋ ਗੁਰੂ ਜੀ ਦੇ ਸਹੁਰਾ ਨੇ ਕਿਹਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਤੇ ਬਾਵਲੇ ਝੱਲੇ ਹੋ ਗਏ ਆ, ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਹੈ, ਉਹਨਾਂ ਦੇ ਪੈਸੇ ਸਾਨੂੰ ਦਿੱਤੇ ਜਾਣ। ਉਹ ਪਤਾ ਕਰਨ ਵਾਸਤੇ ਜਿਹੜਾ ਹੈ ਮੁੱਲਾ ਗਿਆ। ਗੁਰੂ ਮਹਾਰਾਜ ਜੀ ਨੇ ਉੱਥੇ ਮੁੱਲੇ ਨੂੰ ਉਪਦੇਸ਼ ਕੀਤਾ ਅਤੇ ਨਵਾਬ ਦੇ ਅੱਗੇ ਆ ਕੇ ਮੁੱਲੇ ਨੇ ਬੜੀ ਸਿਫਤ ਕੀਤੀ ਮਹਾਰਾਜ ਜੀ ਦੀ। ਇੱਧਰ ਨਵਾਬ ਨੂੰ ਦੁਵਿਧਾ ਸੀ ਵੀ ਮੈਂ ਪੈਸੇ ਕਿਸ ਨੂੰ ਦੇਵਾਂ। ਜਿਹੜੇ ਮਹਾਰਾਜ ਜੀ ਦੇ ਪੈਸੇ ਹਨ ਉਹ ਜੈਰਾਮ ਜੀ ਨੂੰ ਪੁੱਛਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਮੈਂ ਕੀ ਦੱਸਾਂ।
ਨਵਾਬ ਜੀ ਤੁਸੀਂ ਸਿਆਣੇ ਹੋ, ਜਿਵੇਂ ਠੀਕ ਲੱਗਦਾ ਤੇ ਇਸੇ ਤਰ੍ਹਾਂ ਹੀ ਕਰ ਲਈਏ, ਜਾਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਪੁਛਾ ਲਓ। ਫਿਰ ਇਸ ਨੇ ਨਵਾਬ ਨੇ ਇੱਕ ਮਨੁੱਖ ਭੇਜਿਆ ਅਤੇ ਮਹਾਰਾਜ ਜੀ ਨੇ ਜਿਹੜਾ ਮਨੁੱਖ ਨੂੰ ਮਨਾ ਕਰ ਦਿੱਤਾ ਵੀ ਨਵਾਬ ਨਾਲ ਹੁਣ ਸਾਡਾ ਕੀ ਲੈਣਾ ਦੇਣਾ ਹੈ, ਹੁਣ ਤਾਂ ਅਸੀਂ ਆਪਣੀ ਮੌਜ ਵਿੱਚ ਹਾਂ। ਅਤੇ ਨਵਾਬ ਨੇ ਫਿਰ ਦੁਬਾਰਾ ਮਨੁੱਖ ਨੂੰ ਭੇਜਿਆ। ਪਹਿਲਾਂ ਗੁੱਸਾ ਬਹੁਤ ਆਇਆ, ਕਿਹਾ ਹੈ ਕਿ ਵੀ ਉਹਨਾਂ ਨੂੰ ਕਹੋ ਜਾ ਕੇ ਵੀ ਆ ਜਾਣ, ਚੰਗੀ ਗੱਲ ਹੈ, ਨਹੀਂ ਤਾਂ ਫਿਰ ਫੜ ਕੇ ਗ੍ਰਿਫਤਾਰ ਕਰਕੇ ਮੰਗਵਾਵਾਂਗਾ। ਉਹ ਮਨੁੱਖ ਨੇ ਆ ਕੇ ਉਸੇ ਤਰ੍ਹਾਂ ਕਿਹਾ, ਮਹਾਰਾਜ ਸੁੱਖਾਂ ਦੇ ਰਾਜੇ ਹਨ, ਹੱਸੇ ਹੈ ਵੀ ਨਵਾਬ ਵਿਚਾਰਾ ਕੀ ਹੈ ਜਿਹੜਾ ਸਾਨੂੰ ਫੜ ਕੇ ਲੈ ਕੇ ਜਾਵੇ। ਇਹਨੂੰ ਜਿਹੜੀ ਦੀ ਮੰਦੀ ਮੱਤ ਹੈ ਉਹ ਚੰਗੀ ਕਰਨੀ ਹੈ, ਉਹ ਚੰਗੀ ਮੱਤ ਦੇਣ ਵਾਸਤੇ ਸੱਚੇ ਪਾਤਸ਼ਾਹ ਵੀ ਚੱਲ ਪਏ ਹੈ। ਇੱਥੇ ਪਹੁੰਚ ਗਏ ਨਵਾਬ ਕੋਲ। ਨਵਾਬ ਬੜਾ ਗੁੱਸੇ 'ਚ ਬੋਲਦਾ ਵੀ ਤੁਸੀਂ ਪਹਿਲਾਂ ਤਾਂ ਗੁਰੂ ਜੀ ਨੇ ਜਾ ਕੇ ਮੱਥਾ ਕੋਈ ਨਹੀਂ ਟੇਕਿਆ, ਭਾਵ ਨਮਸਕਾਰ ਕੋਈ ਨਹੀਂ ਕੀਤੀ, ਸਲਾਮ। ਇਹਨੂੰ ਗੁੱਸਾ ਆਇਆ ਹੈ। ਫਿਰ ਕਹਿੰਦਾ ਵੀ ਤੁਹਾਨੂੰ ਬੁਲਾਇਆ, ਤੁਸੀਂ ਆਏ ਕਿਉਂ ਨਹੀਂ? ਅਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਨਵਾਬ, ਜਦੋਂ ਅਸੀਂ ਤੇਰੇ ਮੋਦੀ ਸਾਂ, ਕੰਮ ਕਰਦੇ ਸੀ, ਉਦੋਂ ਤੇਰੇ ਬੁਲਾਏ 'ਤੇ ਆ ਜਾਂਦੇ, ਹੁਣ ਅਸੀਂ ਕੋਈ ਨਹੀਂ ਕੰਮ ਕਰਦੇ, ਹੁਣ ਅਸੀਂ ਤੇਰੇ ਕੋਈ ਨੌਕਰ ਨਹੀਂ ਆ, ਨੌਕਰ ਹੁਣ ਅਸੀਂ ਖੁਦਾ ਦੇ ਹਾਂ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਇਸ ਕਰਕੇ ਹੁਣ ਤੇਰੀ ਕਿਉਂ ਕਾਨ ਕਨੋੜ ਮੰਨੀ। ਨਵਾਬ ਸੁਣ ਕੇ ਗੁੱਸਾ ਤੇ ਬਹੁਤ ਚੜ੍ਹਿਆ ਹੈ। ਜਿਵੇਂ ਮੱਛਰ ਨੂੰ ਗੁੱਸਾ ਆ ਜਾਵੇ ਤੇ ਉਹ ਚਾਹਵੇ ਵੀ ਮੈਂ ਸਮੇਰ ਪਰਬਤ ਭੰਨ ਕੇ ਰੱਖ ਦਿਆਂ, ਭੰਨ ਤੇ ਸਕਦਾ ਨਹੀਂ। ਇਸੇ ਤਰ੍ਹਾਂ ਨਵਾਬ ਦੀ ਹਾਲਤ ਹੋਈ। ਫਿਰ ਕਹਿੰਦਾ ਵੀ ਠੀਕ ਹੈ, ਤੁਸਾਂ ਨੇ ਸੰਸਾਰ ਦੇ ਜਿਹੜੇ ਕਾਣ ਕਨੌੜ ਮਹਾਰਾਜ ਛੱਡੀ ਹੋਈ ਹੈ, ਚਲੋ ਫਿਰ ਮਸੀਤ 'ਚ ਚੱਲੋ ਅਤੇ ਸਾਡੇ ਨਾਲ ਨਮਾਜ਼ ਪੜ੍ਹੋ। ਇਹਦੇ ਮਨ 'ਚ ਖੋਟ ਆਈ ਵੀ ਇਹਨਾਂ ਨੂੰ ਮੈਂ ਆਪਣਾ ਦੀਨ ਬਣਾ ਲਵਾਂ, ਮੁਸਲਮਾਨ ਬਣਵਾ ਲਵਾਂ। ਇਵੇਂ ਗੁਰੂ ਜੀ ਕਹਿੰਦੇ ਵੀ ਠੀਕ ਨਵਾਬ, ਇਹ 'ਚ ਕਿਹੜੀ ਗੱਲ ਹੈ, ਜਿਵੇਂ ਤੇਰਾ ਮਨ ਮੰਨਦਾ, ਜਿੱਥੇ ਤੇਰਾ ਮਨ ਮੰਨਦਾ ਉੱਥੇ ਤੇਰੇ ਨਾਲ ਚੱਲ ਪੈਂਦੇ ਆ। ਇਸ ਤਰ੍ਹਾਂ ਉਹ ਤਿਆਰੀ ਸਾਰੀ ਕਰ ਲਈ। ਇੱਧਰ ਸੁਲਤਾਨਪੁਰ ਦੇ ਵਿੱਚ ਤੇ ਰੌਲਾ ਪੈ ਗਿਆ ਵੀ ਨਵਾਬ ਬਹੁਤ ਸਖਤ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਅੱਜ ਮੁਸਲਮਾਨ ਕਰ ਹੀ ਲਵੇਗਾ, ਨਮਾਜ਼ ਪੜ੍ਹਵਾ ਦੇਵੇਗਾ। ਅਤੇ ਇਹ ਬਹੁਤ ਮਾੜੀ ਗੱਲ ਹੈ, ਪਹਿਲਾਂ ਕਦੀ ਹੋਈ ਨਹੀਂ। ਇੱਧਰ ਭਾਈ ਜੈ ਰਾਮ ਜੀ ਨੇ ਖੋਟੀ ਚਾਲ ਨਵਾਬ ਦੀ ਵੇਖ ਕੇ ਬੜਾ ਦੁੱਖ ਮਨਾਇਆ ਹੈ, ਬੜਾ ਅੱਖਾਂ 'ਚੋਂ ਨੀਰ ਜਿਹਾ ਕਿਰਦਾ ਹੈ। ਸੋਚਦੇ ਵੀ ਇਹ ਜੇ ਕੁਝ ਹੋ ਗਿਆ ਮਾੜਾ, ਇਹਨਾਂ ਦੇ ਮਾਤਾ ਪਿਤਾ ਮੈਨੂੰ ਹੀ ਕਹਿਣਗੇ ਵੀ ਤੁਸੀਂ ਨਹੀਂ ਜਿਹੜਾ ਕੋਈ ਕੀਤਾ ਹੈ ਪੈਰਵਾਈ। ਗੁਰੂ ਨਾਨਕ ਸਾਹਿਬ ਜੀ ਨੂੰ ਤੁਸੀਂ ਵੇਖਣਾ ਚਾਹੀਦਾ ਸੀ, ਤੁਹਾਨੂੰ ਇਹ ਸਾਰੀ ਤੁਹਾਡੀ ਗਲਤੀ ਹੈ। ਬੜੀ ਚਿੰਤਾ ਹੋਈ ਹੈ। ਇੱਧਰ ਭੈਣ ਨਾਨਕੀ ਜੀ ਨੇ ਵੇਖਿਆ ਅਤੇ ਸਮਝਾਇਆ ਵੀ ਪਤੀ ਆਪ ਜੀ ਨੇ ਕਈ ਵਾਰ ਪਰਖਿਆ ਮਹਾਰਾਜ ਜੀ ਨੂੰ, ਗੁਰੂ 'ਤੇ ਸਮਰੱਥ ਹੈ। ਸਾਰੇ ਜਿਹੜੇ ਦੇਵੀ ਦੇਵਤੇ, ਦੈਂਤ, ਧਰਤੀ, ਵਰਣ ਦੇਵਤਾ, ਅਗਨੀ ਦੇਵਤਾ, ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਸਭ ਉਹਨਾਂ ਦੀ ਆਗਿਆ ਵਿੱਚ, ਆਗਿਆ ਮੋੜ ਨਹੀਂ ਸਕਦੇ। ਤੁਸੀਂ ਚਿੰਤਾ ਨਾ ਕਰੋ। ਜੇ ਤੁਹਾਨੂੰ ਫਿਰ ਵੀ ਚਿੰਤਾ ਨਹੀਂ ਜਾਂਦੀ ਤਾਂ ਆਪਣਾ ਬ੍ਰਾਹਮਣ ਨਿੱਦਾ ਭੇਜ ਕੇ ਵੇਖ ਲਓ, ਉਹ ਸਾਰੀ ਖਬਰ ਲੈ ਆਵੇਗਾ। ਬਾਕੀ ਤੁਸੀਂ ਚਿੰਤਾ ਛੱਡੋ, ਭੋਜਨ ਪ੍ਰਸ਼ਾਦਾ ਜਿਹੜਾ ਉਹ ਪਿਆਰ ਨਾਲ ਛਕੋ ਅਤੇ ਆਪਣੀ ਚਿੰਤਾ ਨੂੰ ਦੂਰ ਕਰੋ। ਇਹ ਪ੍ਰਸੰਗ ਆਪਾਂ ਸਰਵਣ ਕੀਤੇ ਸਨ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ, ਉਹ ਕਥਾ ਵਿਚਾਰ ਆਪਾਂ ਸਰਵਣ ਕਰੀਏ। ਕਿਵੇਂ ਮਹਾਰਾਜ ਨਵਾਬ ਦੇ ਕਾਜੀ ਨੂੰ ਉਪਦੇਸ਼ ਦਿੰਦੇ ਹੈ, ਅੰਤਰਜਾਮੀ ਸਤਿਗੁਰੂ, ਉਹ ਪ੍ਰਸੰਗ 'ਚ ਸਾਰਾ ਹੀ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਸਰਵਣ ਕਰੀਏ। ਲਵਾਓ ਹਾਜ਼ਰੀਆਂ ਗੁਰੂ ਚਰਨਾਂ 'ਚ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰ ਚਰਨਾ। ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਮਹਿਮਾ ਕਰਦੇ ਹਨ। ਕਹਿੰਦੇ ਵੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲ ਹਨ, ਉਹ ਹਮੇਸ਼ਾ ਹੀ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ, ਰੋਸ਼ਨੀ ਪਾਉਣ ਵਾਲੇ ਹਨ। ਪ੍ਰਗਟ ਸੋ ਭਾਨ ਸਮਾਨ। ਆ ਪ੍ਰਗਟ ਹੀ ਸੂਰਜ ਸਮਾਨ ਹਨ ਗੁਰੂ ਜੀ ਦੇ ਚਰਨ। ਜਿਸ ਤਰ੍ਹਾਂ ਸੂਰਜ ਪੂਰਬ ਦਿਸ਼ਾ ਤੋਂ ਚੜ੍ਹਦਾ ਹੈ, ਸਾਰੇ ਪਾਸੇ ਚਾਨਣ ਹੀ ਚਾਨਣ ਕਰ ਦਿੰਦਾ, ਹਨੇਰਾ ਨਹੀਂ ਰਹਿਣ ਦਿੰਦਾ। ਇਸੇ ਤਰ੍ਹਾਂ ਜਿਹੜੇ ਗੁਰੂ ਜੀ ਦੇ ਚਰਨ ਹੈ, ਪ੍ਰਗਟ ਰੂਪ ਹੀ ਸੂਰਜ ਵਾਂਗੂ ਹੈ, ਅਤੇ ਸੂਰਜ ਵਾਂਗ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੇ ਹਨ ਹਮੇਸ਼ਾ ਲਈ। ਲਿਖਲ ਦੁਐਤ ਤਮ ਹਰਨ ਕੋ। ਜਿਹੜੀ ਆ ਸਾਰੀ ਦਵੈਤ ਹੈ, ਦੁਬਿਧਾ ਦੁਚਿੱਤਾਪਨ ਹੈ, ਇਸ ਦਵੈਤ ਦੇ ਹਨੇਰੇ ਨੂੰ ਨਾਸ ਕਰਨ ਵਾਲੇ ਹਨ ਗੁਰੂ ਜੀ ਦੇ ਚਰਨ। ਸ਼ਰਨ ਸਦਾ ਸੁਖ ਦਾਨ। ਤੇ ਗੁਰੂ ਜੀ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ, ਉਹ ਸਦਾ ਹੀ ਸੁੱਖਾਂ ਦਾ ਦਾਨ ਦੇਣ ਵਾਲੀ ਹੈ। ਗੁਰੂ ਜੀ ਦੇ ਜਿਹੜੇ ਚਰਨ, ਜਿਹੜੇ ਸਿੱਖ ਪਰਸਦੇ ਹੈ, ਛੂੰਹਦੇ ਹਨ, ਨਤਮਸਤਕ ਹੁੰਦੇ ਹਨ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹੈ। ਜਿਹੜਾ ਦਵੈਤ ਦੁਚਿੱਤੇਪਨ ਦਾ ਹਨੇਰਾ ਹੈ, ਉਹ ਉਹਨਾਂ ਦਾ ਨਾਸ ਹੋ ਜਾਂਦਾ ਹੈ। ਸ੍ਰੀ ਬਾਲਾ ਸੰਦਰ ਵਾਚ ਅੜਿਲ ਸੁੰਦਰ ਅਧਿਕ ਮਸੀਤ ਚਿੱਤਰ ਪਿਤ ਜਾਨੀਏ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਤਿਹਾਸ ਸੁਣਾ ਰਹੇ ਹਨ। ਗੁਰੂ ਨਾਨਕ ਦੇਵ ਮਹਾਰਾਜ ਸੁਲਤਾਨਪੁਰ ਦੇ ਲੋਕ, ਨਵਾਬ ਦੌਲਤ ਖਾਂ, ਕਾਜੀ, ਸਾਰੇ ਜਿਹੜੇ ਉਹ ਸੁਲਤਾਨਪੁਰ ਮਸੀਤ ਵਿੱਚ ਚਲੇ ਗਏ। ਅਤੇ ਉੱਥੋਂ ਦੀ ਜਿਹੜੀ ਮਸੀਤ ਦਾ ਜਿਵੇਂ ਦੀ ਇਮਾਰਤ ਸੀ, ਉਹ ਭਾਈ ਬਾਲਾ ਜੀ ਦੱਸ ਰਹੇ ਕਿ ਮਹਾਰਾਜ ਮਸੀਤ ਬਹੁਤ ਸੁੰਦਰ ਸੀ, ਅਤੇ ਜਿਹੜੇ ਕੰਧਾਂ ਹਨ ਉਹਨਾਂ 'ਤੇ ਚਿੱਤਰਕਾਰੀ ਕੀਤੀ ਹੋਈ ਸੀ, ਬੜੇ ਸੋਹਣੇ ਚਿੱਤਰ ਬਣਾਏ ਹੋਏ ਸਨ। ਇਸ ਤਰ੍ਹਾਂ ਜਾਣ ਲਈਏ। ਜਾਮੀ ਕਰ ਜਹ ਲਿਖਿਓ ਦਿਪਤ ਪਹਿਚਾਨੀਏ। ਜਿਨ੍ਹਾਂ ਦੀਵਾਰਾਂ ਕੰਧਾਂ ਦੇ ਉੱਪਰ ਆ ਸੋਨੇ ਦੇ ਜਿਹੜਾ ਹੈ ਸੋਨੇ ਨਾਲ ਲਿਖਿਆ ਹੋਇਆ ਸੀ ਵੀ ਅੱਲਾਹੂ ਅਕਬਰ, ਸੁਬਹਾਨ ਤੇਰੀ ਕੁਦਰਤ, ਰਹਿਮ ਰਾਮ ਰਹੀਮ, ਜਿਹੜਾ ਬੜਾ ਕੁਝ ਲਿਖਿਆ ਸੀ। ਜਿਵੇਂ ਮੁਸਲਮਾਨ ਜੋ ਮੰਨਦੇ ਵੀ ਹੈ ਖੁਦਾ ਤੂੰ ਰਹਿਮ ਦਿਲ ਹੈ, ਤੂੰ ਕਰੀਮ ਹੈ, ਬੇਅੈਬ ਹੈ, ਪਰਵਦਗਾਰ ਹੈ। ਇਸ ਤਰ੍ਹਾਂ ਉਹ ਸੋਨੇ ਦੇ ਨਾਲ ਜਿਹੜਾ ਹੈ ਲਿਖਤੀ ਵਿੱਚ ਕੰਧਾਂ 'ਤੇ ਲਿਖਿਆ ਹੋਇਆ ਸੀ। ਬਹੁਤ ਚਮਕ ਦਮਕ ਰਹੀਆਂ ਸਨ ਦੀਵਾਰਾਂ, ਐਸਾ ਪਹਿਚਾਣ ਲਈਏ। ਤਹਾਂ ਜਾਏ ਭਾ ਠੰਡ ਜੋ ਖਾਨ ਨਿਰਪਾਲ ਸੋ। ਉੱਥੇ ਜਾ ਕੇ ਜੋ ਨਵਾਬ ਦੌਲਤ ਖਾਂ ਰਾਜਾ ਹੈ, ਉਸ ਮਸਜਿਦ ਵਿੱਚ ਜਾ ਕੇ ਖੜਾ ਹੋ ਗਿਆ। ਉਹ ਸਭਾ ਆਪਣੀ ਸਹਤ ਜੇ ਬੈਸ ਵਿਸਾਲ ਸੋ। ਆਪਣੀ ਸਾਰੀ ਸਭਾ ਦੇ ਸਹਿਤ ਜੋ ਵੱਡੀ ਉਮਰ ਵਾਲਾ ਹੈ ਨਵਾਬ, ਜਾਂ ਜਿਹੜੇ ਬੜੀ ਉਮਰ ਵਾਲੇ ਬਜ਼ੁਰਗ ਸਨ, ਉਹ ਵੀ ਨਾਲ ਹੀ ਹੈ। ਉਹਨਾਂ ਦੇ ਸਹਿਤ ਆਪਣੀ ਸਭਾ ਜਿਹੜੀ ਫੌਜ ਹੈ, ਆਪਣੇ ਸਿਪਾਹੀ ਹੈ, ਉਹਨਾਂ ਦੇ ਸਹਿਤ ਹੋ ਕੇ ਸ੍ਰੀ ਨਾਨਕ ਜੀ ਸੰਗ ਗਿਆਨ ਘਨ ਰੂਪ ਹੈ। ਇੱਧਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਵੇਂ ਜਿਵੇਂ ਗਿਆਨ ਦਾ ਬੱਦਲ ਹੋਵੇ, ਇਸ ਤਰ੍ਹਾਂ ਹਨ। ਜਾਂ ਇੱਕ ਰਸ ਜੋ ਗੁਰੂ ਨਾਨਕ ਸਾਹਿਬ ਜੀ ਹੈ, ਇੱਕ ਰਸ ਬ੍ਰਹਮ ਗਿਆਨ ਵਾਲੇ, ਐਸਾ ਸਰੂਪ ਗੁਰੂ ਨਾਨਕ ਸਾਹਿਬ ਜੀ ਵੀ ਨਾਲ ਹੀ ਹਨ। ਵਿਕਸਿਓ ਕਮਲ ਵਿਸਾਲ ਸੋ ਬਦਨ ਅਨੂਪ ਹੈ। ਮਹਾਰਾਜ ਜੀ ਦਾ ਜਿਹੜਾ ਮੁਖ ਹੈ, ਉਪਮਾ ਤੋਂ ਰਹਿਤ ਅਨੂਪਮ ਸੁੰਦਰ, ਉਹ ਤੇ ਇਸ ਤਰ੍ਹਾਂ ਖਿੜਿਆ ਜਿਵੇਂ ਕਵਲ ਦਾ ਫੁੱਲ ਬਹੁਤ ਰੋਸ਼ਨੀ ਨਾਲ ਖਿੜਦਾ ਹੈ ਸੂਰਜ ਦੀ। ਹਰਖ ਸ਼ੋਕ ਜਿਨ ਨਹੀਂ ਆਨੰਦ ਹੈ ਏਕ ਰਸ। ਜਿਸ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਪਦਾਰਥ ਮਿਲ ਜਾਵੇ, ਕੋਈ ਮੱਥਾ ਟੇਕ ਦੇਵੇ ਤੇ ਖੁਸ਼ੀ ਨਹੀਂ ਹੈ। ਜੇ ਕੋਈ ਅਪਮਾਨ ਕਰ ਦੇਵੇ
ਵੱਧ ਘੱਟ ਬੋਲ ਦਵੇ ਤੇ ਗੁਰੂ ਜੀ ਨੇ ਕੋਈ ਗਮੀ ਨਹੀਂ ਹੈ। ਇਸ ਤਰ੍ਹਾਂ ਇੱਕ ਰਸ ਵਿੱਚ ਹੀ ਜੋ ਗੁਰੂ ਨਾਨਕ ਸਾਹਿਬ ਜੀ ਆਨੰਦ ਵਿੱਚ ਹੀ ਰਹਿੰਦੇ ਹਨ। ਹੋ ਠਾਂਡੇ ਨਿਰਪਕੇ ਨਿਕਟ ਬਤਾਵਨ ਸਮਗ ਤਿਸ। ਗੁਰੂ ਨਾਨਕ ਸਾਹਿਬ ਜੀ ਨਵਾਬ ਦੌਲਤ ਖਾਂ ਦੇ ਕੋਲ ਖੜੇ ਹੋ ਗਏ ਹੈ। ਇਸ ਨੂੰ ਜੋ ਪਰਮੇਸ਼ਰ ਦੀ ਭਾਵ ਭਗਤੀ ਪ੍ਰੇਮਾ ਭਗਤੀ ਹੈ ਉਹ ਚੰਗਾ ਰਾਹ ਨੂੰ ਦੱਸਣ ਵਾਸਤੇ। ਦੋਹਰਾ ਹਿੰਦੂ ਕੋਈ ਨਾ ਕਹਿ ਸਕੇ। ਕਿਉਂਕਿ ਜਿਹੜੇ ਹਿੰਦੂ ਸਨ ਉਹ ਕੋਈ ਨਹੀਂ ਸੀ ਨਵਾਬ ਨੂੰ ਕਹਿ ਸਕਦਾ। ਤੁਰਕਨ ਤੇਜ ਵਿਸਾਲ। ਉਸ ਵਕਤ ਪਠਾਣਾ ਮੁਸਲਮਾਨਾਂ ਦਾ ਜਿਹੜਾ ਰਾਜ ਸੀ ਤੇ ਇਹਨਾਂ ਦਾ ਬੜਾ ਤੇਜ ਪ੍ਰਤਾਪ ਸੀ। ਪਰਮੇਸ਼ਰ ਪਤ ਰਾਖਈ। ਪਰਮੇਸ਼ਰ ਪਤ ਰਾਖਈ। ਅੱਗੇ ਪੜ। ਪਰਮੇਸ਼ਰ ਪਤ ਰਾਖਈ। ਸਾਰੇ ਇਹੀ ਵਿਚਾਰਦੇ ਵੀ ਹੁਣ ਤੇ ਸਾਡੀ ਹਿੰਦੂਆਂ ਦੀ ਇਹ ਪਰਮੇਸ਼ਰ ਹੀ ਜਿਹੜੀ ਇੱਜ਼ਤ ਪਤ ਰੱਖੇਗਾ। ਗੁਰੂ ਨਾਨਕ ਸਾਹਿਬ ਜੀ ਦੀ ਪਰਮੇਸ਼ਰ ਹੀ ਇੱਜ਼ਤ ਪਤ ਰੱਖਣਗੇ। ਸਿਮਰਹਿ ਦੀਨ ਦਿਆਲ। ਜੋ ਗਰੀਬਾਂ ਦੇ ਦਿਆਲਤਾ ਕਰਨ ਵਾਲਾ ਪਰਮ ਪਰਮੇਸ਼ਰ ਹੈ ਮਹਾਨ ਪਾਰ ਬ੍ਰਹਮ ਉਸ ਨੂੰ ਚੇਤੇ ਕਰਦੇ ਹਨ। ਅੜੇਲਾ ਕਾਜੀ ਬਹੁਰ ਨਿਬਾਬ ਨੀਰ ਲੈ ਕਰਤਬੈ। ਤਦੋਂ ਜਿਹੜਾ ਨਵਾਬ ਦੌਲਤ ਖਾਂ ਤੇ ਦੂਸਰਾ ਜੋ ਕਾਜੀ ਹੈ ਉਹ ਐਵੇਂ ਤਦੋਂ ਪਾਣੀ ਜਿਹੜਾ ਹੱਥਾਂ ਵਿੱਚ ਲੈ ਕਰਕੇ ਕਰ ਅਰ ਚਰਨ ਪਖਾਰ ਕਰਿਓ ਸੁਧ ਤਨ ਸਬੈ। ਹੱਥ ਜਿਹੜੇ ਧੋਤੇ ਐ ਅਰਕਾਂ ਤੱਕ ਬਾਹਾਂ ਧੋਤੀਆਂ ਹਨ ਤੇ ਜਿਹੜੇ ਪੈਰਾਂ ਨੂੰ ਧੋਤਾ ਹੈ ਲੱਤਾਂ ਧੋਤੀਆਂ ਗੋਡੇ ਤੱਕ ਸਾਰੇ ਸਰੀਰ ਦੀ ਸੁੱਧੀ ਕੀਤੀ ਹੈ। 5 ਇਸ਼ਨਾਨਾਂ ਜਿਹਨੂੰ ਆਪਾਂ ਕਹਿੰਦੇ ਆ ਉਹ ਉਜੂ ਕਹਿੰਦੇ ਆ। ਉਹ ਉਜੂ ਜਿਹੜਾ ਹੈ ਸਾਜਿਆ ਹੈ। ਠਾਂਡੇ ਦੋਨੋਂ ਹੋਏ ਬਦਨ ਪਸ਼ਚਮ ਦਿਸ਼ਾ। ਇਹ ਦੋਵੇਂ ਨਵਾਬ ਦੌਲਤ ਖਾਂ ਤੇ ਕਾਜੀ ਖੜੇ ਹੋ ਗਏ ਹੈ। ਮੁੱਖ ਜਿਹੜਾ ਪੱਛਮ ਦੀ ਦਿਸ਼ਾ ਵੱਲ ਕਰ ਲਿਆ ਹੈ। ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲ੍ਹ ਮੁਕਾਮਾ ਉਹ ਕਾਬੇ ਦੀ ਤਰਫ ਮੁਖ ਕਰ ਲਿਆ ਦੋਵਾਂ ਨੇ। ਹੋ ਕਰ ਧਰ ਜਾਨੂ ਕਾਨ ਨਿਵੈ ਪੁਨ ਪੁਰ ਪੁਨ ਰਸਾ। ਤੇ ਉਹ ਇਹਨਾਂ ਕੀ ਕੀਤਾ ਹੈ ਕਿ ਜਿਹੜੇ ਜਦੋਂ ਨਮਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਕਦੀ ਦੇ ਹੱਥਾਂ ਨੂੰ ਰੱਖਦੇ ਆ ਗੋਡਿਆਂ ਤੇ ਤਾਂ ਨਿਵਦੇ ਠਾਂ ਨੂੰ ਸਿਜਦਾ ਕਰਦੇ, ਕਦੀ ਕੰਨਾਂ ਤੇ ਹੱਥ ਰੱਖਦੇ ਨਿਵਦੇ ਹਨ ਤੇ ਧਰਤੀ ਤੇ ਜ਼ਮੀਨ ਤੇ ਨਿਵ ਕੇ ਮੱਥਾ ਟੇਕਦੇ ਹਨ। ਆਪ ਮਸੀਤ ਹੈ ਮਦ ਹਿਰਦੇ ਕਿਤ ਕਿਤ ਗਏ। ਆਪ ਭਾਵੇਂ ਸਰੀਰ ਕਰਕੇ ਮਸਜਿਦ ਵਿੱਚ ਹੀ ਖੜੇ ਹਨ ਕਾਜੀ ਦੇ ਨਵਾਬ, ਪਰ ਹਿਰਦੇ ਕਰਕੇ ਮਨ ਕਰਕੇ ਕੋਈ ਕਿਤੇ ਗਿਆ ਕੋਈ ਕਿਤੇ ਗਿਆ ਹੈ। ਜਿਹੜਾ ਕਾਜੀ ਹੈ ਉਹਦਾ ਮਨ ਹੋਰ ਪਾਸੇ ਗਿਆ ਹੈ, ਨਵਾਬ ਦਾ ਮਨ ਹੋਰ ਪਾਸੇ ਗਿਆ ਹੋਇਆ ਹੈ। ਧਰ ਪਰ ਧਰ ਸਿਰ ਉਠਤ ਬਾਰ ਬਹੁ ਬੇਨੀਏ। ਬੇਨੀਏ ਧਰਤੀ ਉੱਪਰ ਹੱਥ ਜਿਹੜੇ ਧਰਤੀ ਉੱਪਰ ਐਵੇਂ ਸਿਰ ਰੱਖ ਕੇ ਮੱਥਾ ਟੇਕਦੇ ਫਿਰ ਉੱਠ ਪੈਂਦੇ ਹੈ। ਬਹੁਤ ਵਾਰ ਜਿਹੜਾ ਇਹ ਝੁਕੇ ਹੈ, ਕਦੀ ਇਹ ਗੋਡਿਆਂ 'ਤੇ ਹੱਥ ਰੱਖ ਲੈਂਦੇ ਹੈ ਫਿਰ ਝੁਕਦੇ ਹਨ, ਕਦੀ ਕੰਨਾਂ 'ਤੇ ਹੱਥ ਰੱਖ ਕੇ ਝੁਕਦੇ ਹਨ। ਬਹੁਤ ਵਾਰ ਇਸ ਤਰ੍ਹਾਂ ਇਹ ਝੁਕੇ ਹਨ, ਸਿਜਦੇ ਕੀਤੇ ਹਨ। ਕਰਕੇ ਪੂਰ ਨਿਵਾਜ ਸੋ ਨਾਨਕ ਸੋ ਕਹੇ। ਨਵਾਜ਼ ਪੂਰੀ ਕਰਕੇ ਤੇ ਜਿਹੜਾ ਨਵਾਬ ਹੈ ਗੁਰੂ ਨਾਨਕ ਸਾਹਿਬ ਜੀ ਨੇ ਇਵੇਂ ਕਹਿੰਦਾ ਹੈ। ਹੋ ਠਾਂਡੋ ਕਿਉਂ ਤੁਮ ਰਹੇ ਨਾ ਡਰ ਔਰ ਮੈਂ ਅਹੇ। ਉਹ ਗੁਰੂ ਨਾਨਕ ਮੋਦੀ ਤੈਨੂੰ ਕੋਈ ਹਿਰਦੇ ਵਿੱਚ ਕੋਈ ਡਰ ਭੈ ਹੈ ਕਿ ਨਹੀਂ ਹੈ? ਆ ਕਿਵੇਂ ਜਿਹੜਾ ਤੁਸੀਂ ਸਾਡੇ ਕੋਲ ਖੜੇ ਰਹੇ ਹੋ, ਅਸੀਂ ਸਿਜਦੇ ਕਰਦੇ ਰਹੇ, ਨਮਾਜ਼ ਪੜ੍ਹਦੇ ਰਹੇ ਹਾਂ, ਕਦੀ ਗੋਡਿਆਂ 'ਤੇ ਹੱਥ ਰੱਖ ਕੇ ਮੱਥਾ ਟੇਕਿਆ, ਕਦੀ ਕੰਨਾਂ 'ਤੇ ਹੱਥ ਰੱਖ ਕੇ ਝੁਕੇ ਹਾਂ, ਜ਼ਮੀਨ 'ਤੇ ਕਿੰਨੀ ਵਾਰ ਮੱਥਾ ਟੇਕਿਆ, ਤੁਹਾਨੂੰ ਕੋਈ ਡਰ ਭੈ ਹੈ ਕਿ ਨਹੀਂ ਹੈ? ਤੁਸੀਂ ਕਿਵੇਂ ਆ ਖੜੇ ਰਹੇ ਹੋ, ਨਮਾਜ਼ ਨਹੀਂ ਸਾਡੇ ਨਾਲ ਕੀਤੀ। ਨਾਨਕ ਆਨੰਦ ਭਨੈ ਖਾਨ ਕੰਨ ਹਸਨੋ। ਗੁਰੂ ਨਾਨਕ ਸਾਹਿਬ ਜੀ ਮੁਖੋਂ ਕਹਿਣ ਲੱਗੇ ਨਵਾਬ ਖਾਨ
ਆ ਕੰਨ ਦੇ ਕੇ ਸੁਣੋ ਬਚਨ ਸਾਡਾ। ਕਿਹ ਸੰਗ ਕਰੋ ਨਿਵਾਜ ਲਾਜ ਨਹਿ ਤੁਮ ਮਨੋ। ਨਵਾਬ ਤੁਹਾਨੂੰ ਥੋੜੀ ਬਹੁਤ ਵੀ ਮਨ 'ਚ ਸ਼ਰਮ ਹੈ ਕਿ ਨਹੀਂ ਹੈ? ਆ ਭਲਾ ਹੀ ਕਿਸ ਦੇ ਨਾਲ ਜਿਹੜੀ ਹੈ ਨਵਾਜ ਕਰਨਾ ਕਰੀਏ। ਠਾਂਡੇ ਆਪ ਮਸੀਤ ਨਾ ਮਨ ਠਹਿਰਾਇਆ। ਆਪ ਭਾਵੇਂ ਤੁਸੀਂ ਸਰੀਰ ਕਰਕੇ ਮਸੀਤ 'ਚ ਹੀ ਖੜੇ ਸੀ, ਪਰ ਜਿਹੜਾ ਮਨ ਤੁਹਾਡਾ ਸੀ ਉਹਦੇ ਤੁਸੀਂ ਮਸੀਤ ਵਿੱਚ ਠਹਿਰਾਇਆ ਨਹੀਂ, ਉਹਨੂੰ ਦੇ ਕਿਤੇ ਮਸੀਤ ਵਿੱਚ ਟਿਕਾਇਆ ਨਹੀਂ ਹੈ। ਹੋ ਸਜਦੇ ਸਮੇਂ ਸੰਕਲਪ ਕੰਧਾਰ ਪਠਾਇਆ। ਜਦੋਂ ਤੁਸੀਂ ਸਜਦੇ ਕਰਦੇ ਸੀ, ਨਿਵਦੇ ਸੀ, ਆ ਠਾਂ ਨੂੰ ਹੋ ਕੇ ਕੰਨਾਂ 'ਤੇ ਹੱਥ ਰੱਖ ਕੇ, ਗੋਡਿਆਂ 'ਤੇ ਹੱਥ ਰੱਖ ਕੇ ਜ਼ਮੀਨ ਨੂੰ ਸਜਦੇ ਕਰਦੇ ਸੀ, ਉਸ ਸਮੇਂ ਜਿਹੜਾ ਤੁਹਾਡੇ ਮਨ ਦੇ ਸੰਕਲਪ ਫੁਰਨੇ ਆ ਉਹ ਤੇ ਤੁਸੀਂ ਕਾਬਲ ਕੰਧਾਰ ਵਿੱਚ ਮਨ ਨੂੰ ਭੇਜਿਆ ਹੋਇਆ ਸੀ ਫੁਰਨੇ ਕਰਕੇ। ਕਰਤ ਖਰੀਦ ਤੁਰੰਗ ਤਰਲ ਮਨ ਤਰਲਿਆ। ਜਿਹੜੇ ਤੁਸੀਂ ਆ ਚੰਚਲ ਘੋੜੇ ਐ ਉਹ ਉਹਦੀ ਖਰੀਦਦਾਰੀ ਕਰ ਰਹੇ ਸੀ। ਮਨ ਤੇ ਤੁਹਾਡਾ ਜਿਹੜਾ ਉਸ ਵਕਤ ਚੰਚਲ ਹੀ ਰਿਹਾ ਹੈ, ਮਨ ਤੇ ਤੁਸੀਂ ਮਸੀਤ 'ਚ ਨਹੀਂ ਰੱਖਿਆ ਹੈ। ਕੋਰੇ ਬੀਚ ਮਸੀਤ ਨਿਵੈ ਕਬ ਸਰਲਿਆ। ਐਵੇਂ ਨਵਾਬ ਝੂਠੇ ਮਸੀਤ ਵਿੱਚ ਤੁਸੀਂ ਭੇਖ ਜਾ ਬਣਾ ਕੇ ਨਿਵਦੇ ਰਹੇ ਹੋ, ਸਜਦੇ ਕਰਦੇ ਰਹੇ ਹੋ, ਕਦੀ ਨਿਵਦੇ ਰਹੇ ਕਦੀ ਸਿੱਧੇ ਖੜੇ ਰਹੇ ਹੋ। ਜਿਹ ਕਰਨੀ ਸੋ ਮੂਲ ਨਾ ਫਿਰ ਔਰ ਮਹਿ ਕਰਾ। ਆ ਜਿਹੜੀ ਵੀ ਉਹ ਕਰਨੀ ਸੀ, ਭਗਤੀ ਕਰਨੀ ਸੀ ਖੁਦਾ ਦੀ, ਉਹ ਤੇ ਤੁਸੀਂ ਮੁੱਢੋਂ ਹੀ ਨਹੀਂ ਕੀਤੀ ਹੈ। ਤੇ ਜਿਹੜਾ ਮਨ ਤੁਹਾਡਾ ਹੈ ਉਹ ਤੇ ਜਮਾ ਹੀ ਜਿਹੜਾ ਹੈ ਹਿਰਦਾ ਤੁਹਾਡਾ ਟਿਕਣਾ ਨਹੀਂ ਕੀਤਾ ਹੈ, ਉਹ ਤੇ ਮਸੀਤ ਵਿੱਚ ਰਿਹਾ ਹੀ ਨਹੀਂ ਤੁਹਾਡਾ ਮਨ। ਹੋ ਬੇਸ ਬੰਦਗੀ ਧਰਿਓ ਦਸੋ ਦਿਸ਼ ਮਨ ਫਿਰਾ। ਤੇ ਜਿਹੜੀ ਨਵਾਜ਼ ਕਰਨੀ ਸੀ ਤੇ ਉਹ ਤੇ ਤੁਸੀਂ ਮਨ ਕਰਕੇ ਕੀਤੀ ਕੋਈ ਨਹੀਂ, ਮਨ ਤੁਹਾਡਾ ਟਿਕਿਆ ਕੋਈ ਨਹੀਂ ਹੈ। ਤੇ ਐਵੇਂ ਬੰਦਗੀ ਦਾ ਲਿਬਾਸ ਜਿਹਾ ਧਾਰ ਕੇ ਤੇ ਉੱਥੇ ਤੁਸੀਂ ਖੜੇ ਰਹੇ ਹੋ ਵੀ ਅਸੀਂ ਨਮਾਜ਼ ਪੜ੍ਹਦੇ ਹਾਂ, ਮਨ ਤੇ ਤੁਹਾਡਾ ਦਸੇ ਦਿਸ਼ਾਵਾਂ 'ਚ ਫਿਰਦਾ ਰਿਹਾ ਬਾਂਦਰ ਦੀ ਨਿਆਈ। ਕਹਿ ਕਾਜੀ ਤੁਮ ਪਾਜ ਬਖਾਨਤ ਡਰ ਨਹੀਂ। ਮਾਹਿਰ ਕਾਜੀ ਜਿਹੜਾ ਉਹ ਬੋਲਿਆ ਕੋਲ ਖੜਾ ਹੋਇਆ, ਕਹਿੰਦਾ ਉਹ ਗੁਰੂ ਨਾਨਕ ਤੁਹਾਨੂੰ ਡਰ ਹੈ ਕਿ ਨਹੀਂ ਸਾਡਾ ਦੋਵਾਂ ਦਾ? ਮੈਂ ਕਾਜੀ ਖੜਾ, ਉੱਧਰ ਨਵਾਬ ਖੜਾ ਹੈ, ਆ ਤੁਸੀਂ ਕੀ ਝੂਠ ਜਿਹੜਾ ਉਹ ਕਹੀ ਜਾਂਦੇ ਹੋ ਸਾਨੂੰ? ਖਰਿਓ ਹਦੂਰ ਨੇ ਬਾਬ ਨਾ ਬੋਲਿਓ ਸਮਝਹੀ। ਆ ਥੋੜਾ ਬਹੁਤਾ ਸਮਝ ਕੇ ਬੋਲੋ, ਸਮਝ ਕੇ ਤੁਸੀਂ ਬੋਲਦੇ ਨਹੀਂ ਹੈ ਕਿ ਤੁਹਾਡੇ ਕੋਲ ਹੀ ਨਵਾਬ ਇੰਨਾ ਵੱਡਾ ਰਾਜਾ ਖੜਾ ਹੈ ਤੁਹਾਡੇ ਕੋਲ, ਮੈਂ ਖੜਾ ਹਾਂ ਕੋਲ ਕਾਜੀ ਸਾਹਿਬ। ਆਨਨ ਭਨਹੀ ਖਾਨਾ ਸਾਚ ਨਾਨਕ ਕਹੀ। ਮੁੱਖੋਂ ਗੁਰੂ ਨਾਨਕ ਸਾਹਿਬ ਜੀ ਜਿਹੜੇ ਗੁਰੂ ਜੀ ਦੇ ਚੋਪਰੇ ਹੈ, ਨਵਾਬ ਦੌਲਤ ਖਾਂ ਮੁੱਖੋਂ ਕਹਿਣ ਲੱਗਾ ਵੀ ਕਾਜੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ ਹੈ ਮੇਰੇ ਬਾਰੇ, ਉਹ ਤੇ ਬਿਲਕੁਲ ਗੱਲ ਸੱਚੀ ਕਹੀ ਹੈ। ਓ ਮਨ ਮਮ ਗਇਓ ਕੰਧਾਰ ਸਮੈ ਸਜਦੇ ਸਹੀ। ਹਾਂ, ਜਦੋਂ ਮੈਂ ਸਜਦੇ ਕਰ ਰਿਹਾ ਸਾਂ, ਜਿਸ ਸਮੇਂ ਨਿਵ ਰਿਹਾ ਸਾਂ, ਨਮਾਜ਼ ਪੜ੍ਹਦਾ ਸੀ, ਤੇ ਮੇਰਾ ਜਿਹੜਾ ਮਨ ਉਹ ਤੇ ਸੱਚਮੁੱਚ ਹੀ ਆ ਘੋੜੇ ਖਰੀਦਣ ਕਾਬਲ ਕੰਧਾਰ ਨੂੰ ਗਿਆ ਹੋਇਆ ਸੀ। ਇਹਨਾਂ ਦੀ ਗੱਲ ਬਿਲਕੁਲ ਸਹੀ ਆ, ਠੀਕ ਹੈ। ਪੁਨ ਕਾਜੀ ਬਚਪਨ ਤੁਮਾਰੋ ਮਨ ਗਇਓ। ਫਿਰ ਕਾਜੀ ਕਹਿਣ ਲੱਗਾ ਵੀ ਠੀਕ ਹੈ ਨਵਾਬ ਜੀ, ਜਿਹੜਾ ਤੁਹਾਡਾ ਮਨ ਹੈ ਉਹ ਤੇ ਮੰਨਿਆ ਵੀ ਗਿਆ ਹੋਇਆ ਸੀ ਕਾਬਲ ਕੰਧਾਰ। ਹਾਂ ਤੋ ਸਭ ਵਿਦ ਕਰੀ ਨਾ ਮਮ ਸੰਗ ਇਨ ਕੀਓ। ਪਰ ਮੈਂ ਤੇ ਜਿਹੜੀ ਨਵਾਜ਼ ਸਭ ਤਰ੍ਹਾਂ ਨਾਲ ਕੀਤੀ ਹੈ ਨਾ, ਮੈਂ ਤੇ ਚੰਗੀ ਤਰ੍ਹਾਂ ਮਨ ਕਰਕੇ ਪੜ੍ਹਦਾ ਰਿਹਾ ਹਾਂ, ਤੇ ਮੇਰੇ ਨਾਲ ਭਲਾ ਇਹਨਾਂ ਨੇ ਕਿਉਂ ਨਹੀਂ ਨਮਾਜ਼ ਕਰਨਾ ਕੀਤੀ? ਮਨ ਜਾਨ ਨਿਜ ਪਰਦ ਪਰਾਵਨ ਚਾਹੀ। ਹੌਲੀ ਪੜ੍ਹ। ਮਨ ਜਾਨ ਨਿਜ ਪਰਦ ਪਰਾਵਨ ਚਾਹੀ। ਗੁਰੂ ਨਾਨਕ ਸਾਹਿਬ ਜੀ ਦੇ ਸਬੰਧ ਵਿੱਚ ਭਾਈ ਬਾਲਾ ਜੀ ਕਹਿੰਦੇ ਹਨ ਗੁਰੂ ਅੰਗਦ ਦੇਵ ਮਹਾਰਾਜ ਕਿ ਇਹ ਜਿਹੜਾ ਕਾਜੀ ਹੈ ਨਾ, ਬੇਸਮਝ ਮਨ ਵਿੱਚ, ਜਿਹਨੂੰ ਕੋਈ ਪਤਾ ਨਹੀਂ ਹੈ, ਆਪਣੇ ਪੜਦੇ ਜਿਹੜੇ ਜਾਣ ਬੁੱਝ ਕੇ ਪੜਾਉਣਾ ਚਾਹੁੰਦਾ, ਆਪਣਾ ਪਾਜ ਉਘੇੜਨਾ ਚਾਹੁੰਦਾ ਹੈ। ਹੋ ਲਖਤ ਨਾ ਮੂਰਖ ਭੇਵ ਥਾਹੇ ਬਥਾਹੀ। ਇਹ ਮੂਰਖ ਗੁਰੂ ਨਾਨਕ ਸਾਹਿਬ ਜੀ ਦਾ ਭੇਦ ਤੇ ਜਾਣਦਾ ਨਹੀਂ ਵੀ ਅੰਤਰਜਾਮੀ ਹੈ।
ਜੋ ਅਥਾਹ ਹੈ ਗੁਰੂ ਮਹਾਰਾਜ ਉਹਨਾਂ ਦਾ ਥਾਂ ਲੈਣ ਨੂੰ ਫਿਰਦਾ ਇਹ ਕਾਜੀ। ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ। ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ ਹੈ ਜੋ ਸੁੱਖਾਂ ਦੇ ਘਰ ਹੈ, ਗੁਣਾਂ ਦੇ ਵੀ ਘਰ ਹੈ, ਦਇਆ ਤਰਸ ਦੇ ਵੀ ਘਰ ਹਨ। ਕਾਜ਼ੀ ਕਰੀ ਨਿਵਾਜ ਸਦਨ ਮੈਂ ਮਨ ਗਿਆ। ਮਹਾਰਾਜ ਕਹਿਣ ਲੱਗੇ ਕਾਜੀ ਜਿਹੜੀ ਤੂੰ ਨਵਾਜ਼ ਕੀਤੀ ਉਹ ਵੀ ਸਾਨੂੰ ਪਤਾ ਹੈ। ਕੀ ਨਵਾਜ਼ ਕੀਤੀ ਹੈ ਤੁਸਾਂ ਨੇ? ਜਿਹੜਾ ਤੁਹਾਡਾ ਮਨ ਸੀ ਉਸ ਵਕਤ ਆ ਘਰ ਵਿੱਚ ਗਿਆ ਹੋਇਆ ਸੀ। ਬੜਵਾ ਜਿਉ ਵਸ਼ੇਰ ਗਰਤ ਤਹ ਪਾਸ ਹੈ। ਬੜਵਾ ਜਯੋ ਵਸ਼ੇਰ ਕਿ ਤੁਹਾਡਾ ਮਨ ਤੇ ਘਰ ਵਿੱਚ ਗਿਆ ਸੀ। ਤੁਹਾਡੀ ਘੋੜੀ ਨੇ ਜਿਹੜਾ ਵਸ਼ੇਰਾ ਜੰਮਿਆ ਸੀ ਤੇ ਜਿੱਥੇ ਉਹ ਪਿਸ਼ਾਬ ਜਾ ਪੈਂਦਾ ਟੋਏ ਵਿੱਚ, ਉਹ ਜਿਹੜਾ ਟੋਇਆ ਉਹ ਵੀ ਨਾਲ ਹੀ ਹੈ ਸੀ। ਹੋ ਤਿਹ ਮੈਂ ਨਹਿ ਗਿਰ ਪਰੈ ਬਹੁਤ ਵਿਸ਼ਵਾਸ ਹੈ। ਤੇਰਾ ਤੇ ਮਨ ਉੱਥੇ ਗਿਆ ਵੀ ਮੇਰਾ ਜਿਹੜਾ ਵਸ਼ੇਰਾ ਨਵਾਂ ਅੱਜ ਜੰਮਿਆ ਹੋਇਆ ਕਿਤੇ ਉਹਦੇ ਵਿੱਚ ਟੋਏ 'ਚ ਨਾ ਗਿਰ ਪਵੇ। ਤੈਨੂੰ ਤੇ ਬਹੁਤ ਉਸ ਵਕਤ ਸੰਸਾ ਸੀ। ਤੇਰਾ ਤੇ ਮਨ ਸੰਸਿਆਂ ਵਿੱਚ ਭੱਜਾ ਫਿਰਦਾ ਸੀ ਕਾਜੀ। ਤਿਹ ਕੇ ਸੰਗ ਮਨ ਫਿਰਤ ਨਾ ਥਿਰ ਇੱਕ ਛਿਨ ਭਇਆ। ਤੇਰਾ ਜਿਹੜਾ ਮਨ ਹੈ ਉਹ ਤੇ ਵਸ਼ੇਰੇ ਦੇ ਨਾਲ ਹੀ ਭੱਜਾ ਫਿਰਦਾ ਰਿਹਾ ਹੈ। ਇੱਕ ਜਿਹੜਾ ਛਿਨ ਮਾਤਰ ਵੀ ਤੇਰਾ ਮਨ ਉਹ ਟਿਕਣਾ ਨਹੀਂ ਹੋਇਆ। ਕਿਤੇ ਛਿਨ ਮਾਤਰੀ ਤੂੰ ਟਿਕ ਜਾਂਦਾ ਤਾਂ ਵੀ ਸੀ ਤੇਰਾ ਤੇ ਮਨ ਭੱਜਿਆ ਹੀ ਫਿਰਦਾ ਰਿਹਾ ਵਸ਼ੇਰੇ ਦੇ ਨਾਲ ਨਾਲ। ਸੁਨ ਸ਼ਰੋਨਨ ਮੈਂ ਖਾਨ ਬਿਗਸ ਮੁਖ ਬਚ ਕਹਿਆ। ਇੱਧਰ ਨਵਾਬ ਦੌਲਤ ਖਾਨ ਨੇ ਕੰਨਾਂ ਵਿੱਚ ਸੁਣ ਕੇ ਬਚਨ ਮਹਾਰਾਜ ਜੀ ਦਾ ਤੇ ਖਿੜਿਆ ਹੱਸਿਆ ਤੇ ਮੁਖੋਂ ਕਿਹਾ ਕਾਜੀ ਨੂੰ। ਤਜਹੋ ਕਾਚ ਕਹੋ ਸਾਚ ਲਾਜ ਨੇ। ਹੌਲੀ ਪੜ੍ਹ ਮੈਂ। ਤਜਹੋ ਕਾਚ ਕਹੋ ਸਾਚ ਲਾਜ ਨਿਵਾਰੀਏ। ਕਹਿਣ ਲੱਗਾ ਵੀ ਕਾਜੀ ਆਪਣੀ ਜਿਹੜੀ ਸ਼ਰਮਸ਼ਾਰ ਹੈ ਉਹਨੂੰ ਤੇ ਦੂਰ ਕਰ ਦਈਏ। ਜਿਹੜੇ ਕੋਈ ਕੱਚੀ ਗੱਲ ਨੂੰ ਛੱਡ ਦੇ। ਜੋ ਗੱਲ ਸੱਚ ਹੈ ਵੀ ਗੁਰੂ ਮਹਾਰਾਜ ਕਹਿੰਦੇ ਜਿਵੇਂ ਉਹ ਤੂੰ ਦੱਸ। ਹੋ ਜਿਉ ਬੀਤੀ ਚੇਤਾ ਬੀਚ ਸੋ ਬਚਨ ਉਚਾਰੀਏ। ਜਿਵੇਂ ਤੇਰੇ ਚਿੱਤ ਵਿੱਚ ਬੀਤੀ ਹੈ ਨਾ ਗੱਲ ਉਹ ਤੂੰ ਵੀ ਸਾਰਾ ਜਿਹੜਾ ਬਚਨ ਹੈ ਉਹ ਆਪਣਾ ਸੁਣਾ ਦੇ ਵੀ ਐਵੇਂ ਹੀ ਹੈ ਗੱਲ ਸਾਰੀ। ਕਾਜੀ ਆਨੰਦ ਭਨਤ ਸਤ ਜਿਹ ਵਿਦ ਕਹੀ। ਕਾਜੀ ਕਹਿਣ ਲੱਗਾ ਮੁਖੋਂ ਵੀ ਨਵਾਬ ਸਾਹਿਬ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਗੱਲ ਕਹੀ ਹੈ ਇਹ ਤੇ ਗੱਲ ਬਿਲਕੁਲ ਸੱਚ ਹੈ। ਅਰਬਕ ਬਾਜਨ ਹੈ ਗਰਤ ਤਿਹ ਢਿਗ ਸਹੀ। ਹਾਂ ਸਵੇਰੇ ਆ ਘੋੜੀ ਮੇਰੀ ਨੇ ਵਸ਼ੇਰਾ ਦਿੱਤਾ ਸੀ ਤੇ ਉਹ ਜਿਹੜਾ ਬੱਚਾ ਸੀ ਤੇ ਉਹਦੇ ਕੋਲ ਹੀ ਇੱਕ ਟੋਇਆ ਸੀ। ਮੇਰਾ ਮਨ ਸੀ ਉਹਦੇ ਵਿੱਚ ਡਿੱਗ ਨਾ ਪਵੇ। ਬਿਲਕੁਲ ਸਹੀ ਗੱਲ ਕਹੀ ਹੈ ਮਹਾਰਾਜ ਨੇ। ਅਦਭੁਤ ਰਸ ਨਰ ਭਏ ਕਸ਼ਕ ਰਸ ਹਾਸ ਸੋ। ਆ ਜਦੋਂ ਐਵੇਂ ਨੇ ਕਿਹਾ ਹੈ ਕਾਜੀ ਨੇ ਤੇ ਜਿਹੜੇ ਉੱਥੇ ਤੇ ਸਾਰੇ ਲੋਕਾਂ ਵਿੱਚ ਅਦਭੁਤ ਰਸ ਆਚਰਜੀ ਜਿਹੜਾ ਰਸ ਜਿਹਾ ਹੋ ਗਿਆ ਹੈ। ਸਾਰੇ ਹੈਰਾਨ ਜੇ ਹੋ ਗਏ ਹੈ, ਹੈਰਾਨਗੀ ਛਾ ਗਈ ਹੈ। ਤੇ ਜਿਹੜਾ ਹਾਸ ਰਸ ਹੈ ਉਹ ਉੱਥੇ ਹੋ ਗਿਆ। ਭਾਵ ਕਿ ਅਦਭੁਤ ਰਸ ਹੈਰਾਨ ਕਰ ਦੇਣ ਵਾਲੀ ਗੱਲ ਜੀ ਹੋ ਗਈ ਹੈ। ਤੇ ਸਾਰੇ ਜਿਹੜੇ ਉੱਥੇ ਲੋਕ ਇਕੱਠੇ ਸਨ ਉਹਨਾਂ ਦਾ ਜਿਹੜਾ ਹਾਸਾ ਜਿਹਾ ਉਹ ਮੱਲੋ ਮੱਲੀ ਨਿਕਲ ਗਿਆ। ਵੀ ਕਾਜੀ ਕਹਿੰਦਾ ਵੀ ਮੇਰਾ ਮਨ ਉੱਥੇ ਇੱਕ ਥਾਂ ਟਿਕਿਆ, ਹੁਣ ਇਹ ਕਹਿੰਦਾ ਮੇਰਾ ਮਨ ਟਿਕਿਆ ਨਹੀਂ। ਮੱਲੋ ਮੱਲੀ ਸਾਰਿਆਂ ਦਾ ਹਾਸਾ ਜਿਹਾ ਨਿਕਲ ਗਿਆ ਉੱਥੇ। ਹਾਂ ਤਬ ਨੇ ਬਾਪ ਕਹਿ ਚਰਨਾ ਰਹਿਓ ਹੋਇ ਦਾਸ ਸੋ। ਜਦੋਂ ਕਾਜੀ ਨੇ ਕਹਿ ਦਿੱਤਾ ਵੀ ਹਾਂ ਠੀਕ ਹੈ ਜੋ ਮਹਾਰਾਜ ਨੇ ਕਿਹਾ ਬਿਲਕੁਲ ਸਹੀ ਹੈ, ਉਸੇ ਵਕਤ ਹੀ ਨਵਾਬ ਨੇ ਉੱਠਿਆ ਤੇ ਗੁਰੂ ਜੀ ਦੇ ਚਰਨ ਫੜ ਲਏ ਹੈ। ਮਹਾਰਾਜ ਜੀ ਦਾ ਦਾਸ ਹੋ ਗਿਆ ਸੇਵਕ। ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ। ਕਹਿਣ ਲੱਗਾ ਮਹਾਰਾਜ ਗੁਰੂ ਨਾਨਕ ਸਾਹਿਬ ਤੁਸੀਂ ਤੇ ਪੀਰਾਂ ਸਿਰ ਪੀਰ ਹੋ। ਮੇਰੀ ਜਿਹੜੀ ਮਹਾਰਾਜ ਮਨ ਦੀ ਪੀੜ ਹੈ ਨਾ ਮਾੜੀ ਕਲਪਨਾ ਇਹਨੂੰ ਹਰ ਦਿਓ, ਨਾਸ ਕਰ ਦਿਓ। ਗੁਣੀ ਗਹੀਰ ਸਰੀਰ ਸ਼ਰਨ ਮੈਂ ਤੇਰੀਆ। ਤੁਸੀਂ ਤੇ ਮਹਾਰਾਜ ਗੁਣਾਂ ਦੇ ਤੇ ਸਮੁੰਦਰ ਹੋ, ਬੜੇ ਗੈਰ ਗੰਭੀਰ ਤੁਹਾਡਾ ਸਰੀਰ ਤੇ ਗੁਣਾਂ ਦਾ ਸਮੁੰਦਰ ਹੀ ਹੈ। ਮੈਂ ਤੁਹਾਡੀ ਸ਼ਰਨ ਹਾਂ। ਭਰਮ ਕਰ ਭੋਲੇ ਭਨਿਓ ਭੇਵ ਨਹ ਜਾਨੀਆ। ਭਰਮ ਕਰਕੇ ਮਾਰੇ ਭੁੱਲ ਗਏ ਸੀ ਤੇ ਤੈ
ਤੁਹਾਨੂੰ ਕਹਿਣ ਲੱਗ ਪਏ ਆ, ਤੁਹਾਡਾ ਭੇਦ ਨਹੀਂ ਸੀ ਜਾਣਿਆ ਵੀ ਤੁਸੀਂ ਦੇ ਖੁਦਾ ਹੋ, ਪਰਮੇਸ਼ਰ ਰੂਪ। ਹੋ ਬਖਸ਼ੋ ਔਗਣ ਮੋਰ ਅਜਾਨ ਬਖਾਨਿਆ। ਮਹਾਰਾਜ ਜੋ ਵੀ ਕਿਹਾ ਨਾ ਬੇਸਮਝੀ ਜੀ ਤੁਹਾਨੂੰ ਕਿਹਾ ਗਿਆ ਹੈ, ਤੇ ਮੇਰਾ ਜਿਹੜਾ ਔਗਣ ਹੈ, ਮੇਰੇ ਜਿਹੜੇ ਮਹਾਰਾਜ ਗੁਨਾਹ ਉਹਨਾਂ ਨੂੰ ਬਖਸ਼ੋ ਜੀ। ਦੋਹਰਾ ਪੂਰਬ ਔਗਣ ਬਖਸ਼ ਕੈ। ਮਹਾਰਾਜ ਜਿਹੜੇ ਮੇਰੇ ਪਹਿਲੇ ਔਗਣ ਹੋਏ ਹੈ ਕਿ ਤੁਹਾਨੂੰ ਫੜ ਕੇ ਲਿਆਵਾਂਗਾ, ਜੇ ਤੁਸੀਂ ਆਪਣੇ ਆਪ ਨਹੀਂ ਆਉਂਦੇ ਤੇ ਤੁਹਾਨੂੰ ਐਵੇਂ ਆਪਣਾ ਮੋਦੀ ਸਮਝਦਾ ਰਿਹਾ, ਤੁਹਾਡਾ ਸਤਿਕਾਰ ਨਹੀਂ ਕਦੀ ਕੀਤਾ। ਮਹਾਰਾਜ ਮੇਰੇ ਪਹਿਲੇ ਔਗਣ ਬਖਸ਼ ਕੇ ਅਬ ਦੇਹੋ ਨਿਜ ਉਪਦੇਸ਼। ਮੈਨੂੰ ਅਧਿਕਾਰੀ ਜਾਣ ਕੇ ਆਪਣਾ ਗੁਰੂ ਜੀ ਪਵਿੱਤਰ ਉਪਦੇਸ਼ ਦਿਓ ਜੀ। ਬੰਦ ਹੱਥ ਬੇਨਤੀ ਕਰਤਾ। ਹੱਥ ਜੋੜ ਕੇ ਬੇਨਤੀਆਂ ਕਰਦਾ ਨਵਾਬ ਦੌਲਤ ਖਾਨ। ਦੌਲਤ ਖਾਨ ਨਰੇਸ਼। ਜੋ ਦੌਲਤ ਖਾਨ ਰਾਜਾ ਹੱਥ ਜੋੜ ਕੇ ਬੇਨਤੀਆਂ ਕਰਦਾ ਮਹਾਰਾਜ ਕੋਲ। ਤੁਮ ਖੁਦਾਏ ਕੋ ਰੂਪ ਹੋ। ਕਹਿਣ ਲੱਗਾ ਮਹਾਰਾਜ ਤੁਸੀਂ ਦੇ ਖੁਦਾ ਦੇ ਰੂਪ ਹੋ। ਅੰਤਰ ਜਾਮੀ ਸਰਬਾ। ਤੇ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਤੁਸੀਂ ਦੇ ਸਰੀਰਾਂ ਵਿੱਚ ਹੀ ਬੈਠੇ ਹੋ ਮਹਾਰਾਜ ਜੀ। ਮੈਂ ਅਤ ਮੂਡ ਨਾ ਲਖ ਸਕਿਓ। ਮੈਂ ਮਹਾਰਾਜ ਮੂਰਖ ਹਾਂ, ਤੁਹਾਡਾ ਭੇਦ ਹੀ ਨਹੀਂ ਜਾਣ ਸਕਿਆ ਵੀ ਖੁਦਾ ਹੀ ਸਾਡੇ ਘਰ ਵਿੱਚ ਰਹਿ ਕੇ ਨੌਕਰੀ ਕਰ ਰਹੇ ਹੈ ਤੇ ਤੁਹਾਨੂੰ ਤੇ ਆਪਣਾ ਕੰਮ ਵਾਲੇ ਸਮਝ ਛੱਡਿਆ ਮਹਾਰਾਜ। ਨਿਜ ਐਸਵਰਜ ਹੈ ਗਰਭ। ਐਸਵਰਜ ਹੈ ਗਰਭ। ਮੈਨੂੰ ਮਹਾਰਾਜ ਆਪਣੀ ਐਸਵਰਜ ਵੀ ਪੈਸਾ ਬਹੁਤ ਹੈ, ਰਾਜਾ ਹੁੰਨਾ ਮੈਂ, ਧਨ ਦੌਲਤ ਬਹੁਤ ਹੈ, ਹਾਥੀ ਘੋੜੇ ਵੇਖ ਕੇ ਹੰਕਾਰ ਜੀ ਮਹਾਰਾਜ ਰਿਹਾ, ਮਾਇਆ ਧਾਰੀਅਤ ਅੰਨਾ ਬੋਲੇ ਰਿਹਾ ਮਹਾਰਾਜ, ਤੁਹਾਨੂੰ ਪਛਾਣ ਨਹੀਂ ਸਕਿਆ ਮੈਂ ਮੂਰਖ। ਹਾਂ ਸਮੀਪ ਚਿਰਕਾਲ ਕੇ। ਬੜੇ ਲੰਮੇ ਸਮੇਂ ਤੋਂ ਹੀ ਗੁਰੂ ਮਹਾਰਾਜ ਤੁਹਾਡੇ ਕੋਲ ਅਸੀਂ। ਸ਼ੂਸ਼ ਨਾ ਸ਼ੋਰ ਹੋ ਆਪ ਬੜੇ ਲੰਮੇ ਸਮੇਂ ਤੋਂ ਹੀ ਸਾਡੇ ਕੋਲ, ਇਸ ਕਰਕੇ ਗੁਰੂ ਮਹਾਰਾਜ ਮੈਨੂੰ ਗਰੀਬ ਨੂੰ ਖਾਲੀ ਨਾ ਛੱਡੋ। ਬੇਬਸ ਮਨ ਹੈ ਕੋ ਬਸ ਕਰੋ। ਮੇਰਾ ਜਿਹੜਾ ਮਨ ਹੈ ਗੁਰੂ ਜੀ ਦੇ ਬੇਵਸ ਹੋਇਆ ਪਿਆ ਆ, ਮਨ ਮਰਜ਼ੀ ਦਾ ਮਾਲਕ, ਇਹਨੂੰ ਬਸ ਕਰ ਦਿਓ। ਹਰੀਏ ਤੀਨੋ ਤਾਪ। ਤੇ ਜਿਹੜੇ ਤਿੰਨੇ ਤਾਪ ਹੈ, ਆਦਿ ਵਿਆਧੀ ਉਪਾਧੀ, ਇਹਨਾਂ ਨੂੰ ਵੀ ਨਾਸ ਕਰੀਏ ਮਹਾਰਾਜ ਜੀ। ਵਿਸ਼ਾ ਅਧੀਨ ਹੈ ਦੀਨ ਮੈਂ ਤੇ ਗੁਰੂ ਮਹਾਰਾਜ ਵਿਸ਼ਿਆਂ ਦੇ ਅਧੀਨ ਆ, ਇੰਦਰੀਆਂ ਦੇ ਪਾਸੇ ਲੱਗਾ ਰਹਿਣਾ, ਬੜਾ ਦੀਨ ਗਰੀਬ ਦੁਖੀ ਹਾਂ ਮੈਂ ਨਾ ਕਰਕੇ। ਹਰਖ ਸ਼ੋਕ ਅਨਸਾਰ। ਮੇਰਾ ਜਿਹੜਾ ਮਨ ਉਹਦੇ ਖੁਸ਼ੀ ਗਮੀ ਦੇ ਅਨੁਸਾਰ ਹੈ। ਮੇਰਾ ਸਲਾਮ ਮੈਨੂੰ ਕਰੇ ਤੇ ਮੈਂ ਖੁਸ਼ ਹੋ ਜਾਂਦਾ, ਨਹੀਂ ਕਰਦਾ ਤੇ ਮੈਨੂੰ ਤੇ ਗੁੱਸਾ ਆ ਜਾਂਦਾ, ਗਮ ਹੋ ਜਾਂਦਾ। ਇਹਨਾਂ ਦੇ ਮਹਾਰਾਜ ਅਨੁਸਾਰੀ ਹਾਂ ਮੈਂ ਮੂਰਖ। ਅਸ ਸੁਨ ਕੈ ਤਿਹ ਕੇ ਬਚਨ। ਅਸ ਸੁਨ ਕੈ ਤਿਹ ਕੇ ਬਚਨਾ। ਐਸੇ ਤਰ੍ਹਾਂ ਦੇ ਬਚਨ ਸੁਣ ਕੇ ਦੇ ਨਵਾਬ ਦੇ ਬੋਲੇ ਗੁਰੂ ਉਦਾਰ। ਜੋ ਗੁਰੂ ਬੜੇ ਸਖੀ ਦਾਤੇ ਸ੍ਰੇਸ਼ਟ ਮਹਾਰਾਜ ਬੋਲੇ ਹੈ ਬਚਨ। ਅੜੇਲ ਸੁਨੋ ਖਾਨ ਦੈ ਕਾਨ ਪ੍ਰਬਲ ਮਨ ਲੋਲ ਹੈ। ਮਹਾਰਾਜ ਕਹਿਣ ਲੱਗੇ ਨਵਾਬ ਦੌਲਤ ਖਾਂ ਸੁਣੋ ਬਚਨ ਕੰਨ ਦੇ ਕੇ, ਇਹ ਜਿਹੜਾ ਮਨ ਹੈ ਨਾ ਇਹ ਬੜਾ ਬਲ ਵਾਲਾ ਹੈ, ਇਹ ਬੜਾ ਪ੍ਰਬਲ ਹੈ ਤੇ ਬੜਾ ਚੰਚਲ ਹੈ ਮਨ। ਜਾਂ ਕੋ ਰੋਕਨ ਕਠਨ ਰੁਕੈ ਤਾ ਅਮੋਲ ਹੈ। ਇਹਨੂੰ ਰੋਕਣਾ ਬੜਾ ਔਖਾ ਹੈ ਮਨ ਨੂੰ। ਜੇ ਰੁਕ ਜਾਵੇ ਤੇ ਮਨ ਨਾਲ ਦਾ ਕੋਈ ਹੈ ਨਹੀਂ ਹੈ, ਫਿਰ ਦੇ ਮੁੱਲ ਤੋਂ ਰਹਿਤ ਹੋ ਜਾਂਦਾ ਹੈ, ਅਮੋਲਕ ਹੋ ਜਾਂਦਾ ਜੇ ਰੁਕ ਜੇ ਮਨ। ਬਿਨ ਰੋਕੇ ਸਭ ਫੋਗ ਪਠਨ ਪੁਨ ਸੁਨ ਨ ਜੋ। ਬਾਕੀ ਵੀ ਨਵਾਬ ਬਿਨਾ ਮਨ ਨੂੰ ਰੋਕੇ ਤੋਂ ਵਿਸ਼ਿਆਂ ਵੱਲੋਂ, ਮਾੜੇ ਕੰਮਾਂ ਵੱਲੋਂ ਆ ਜਿਹੜਾ ਸਾਰਾ ਪੜ੍ਹਨਾ ਤੇ ਸੁਣਨਾ ਤੇ ਸਭ ਫੋਕਾ ਹੀ ਹੈ, ਵਿਅਰਥ। ਹੋ ਪ੍ਰੇਮ ਨ ਉਪਜਤ ਰੰਚ ਰਹਿ ਬਿਨ ਗੁਣ ਨ ਸੋ। ਕਿਉਂਕਿ ਜਿਹਦਾ ਮਨ ਹੀ ਨਹੀਂ ਰੁਕਿਆ ਹੈ, ਮਨ ਨੂੰ ਜਿਹਨੇ ਸੰਭਾਲਿਆ ਨਹੀਂ ਹੈ, ਹਮੇਸ਼ਾ ਵਿਸ਼ੇ ਵਿੱਚ ਲੰਪਟ ਹੈ, ਉਹਦੇ ਮਨ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ ਹੈ ਤੇ ਉਹਦੇ ਗੁਣਾਂ ਤੋਂ ਵੀ ਖਾਲੀ ਰਹਿ ਜਾਂਦਾ ਮਨੁੱਖ, ਵਿਚਾਰਧਾਰਾ ਤੋਂ ਬਿਨਾਂ ਹੀ ਰਹਿ ਜਾਂਦਾ ਐਸਾ ਮਨੁੱਖ। ਭਾਰਤ ਅੰਗੂਰੀ ਤਰ੍ਹਾਂ ਸਥਿਰ ਕਿਉਂ ਹੋਤ ਹੈ। ਕਿਉਂਕਿ ਜਿਹੜਾ ਪਾਰਾ ਹੈ ਉਹਨੂੰ ਉਂਗਲੀ ਦੇ ਥੱਲੇ ਰੱਖੋ ਤੇ ਉਹ ਭਲਾ ਕਿਵੇਂ ਟਿਕ ਸਕਦਾ, ਉਹ ਸਥਿਰ ਨਹੀਂ ਹੋ ਸਕਦਾ। ਉਂਗਲੀ ਥੱਲੇ ਜੇ ਤੁਸੀਂ ਆ ਪਾਰੇ ਨੂੰ ਰੱਖੋਗੇ ਤੇ ਉਹ ਟਿਕਦਾ ਨਹੀਂ ਹੈ, ਬੜੀ ਛੇਤੀ ਥੱਲੇ ਨਿਕਲ ਜਾਂਦਾ ਹੈ।
ਮਹਾਰਾਜ ਉਹੀ ਬਚਨ ਕਹਿ ਰਹੇ ਵੀ ਉਂਗਲੀ ਦੇ ਥੱਲੇ ਪਾਰਾ ਰੱਖੀਏ, ਉਹ ਭਲਾ ਕਿਵੇਂ ਸਥਰ ਹੁੰਦਾ ਹੈ? ਉਹ ਸਥਰ ਨਹੀਂ ਰਹਿੰਦਾ, ਟਿਕਦਾ ਨਹੀਂ ਹੈ। ਕਰਹਿ ਪ੍ਰਯਤਨ ਅਨੇਕ ਸੋ ਬਹਿਰ ਉਦੋਤ ਹੈ। ਜੇ ਕੋਈ ਮਨੁੱਖਾ ਵਿਸ਼ੇਸ਼ ਕਰਕੇ ਬੜੇ ਯਤਨ ਹੀਲੇ ਕਰੇ ਵੀ ਪਾਰਾ ਮੇਰੀ ਉਂਗਲ ਦੇ ਥੱਲੇ ਟਿਕ ਜਾਵੇ, ਉਹ ਤਾਂ ਵੀ ਆ ਬਾਹਰ ਹੀ ਨਿਕਲਦਾ, ਬਾਹਰ ਵੱਲ ਨਹੀਂ ਉਛਲਦਾ ਹੈ। ਜਬ ਹੈ ਸਿੱਧ ਮਿਲ ਜਾਤ ਮਾਰ ਥਿਰ ਕਰਤ ਹੈ। ਹਾਂ, ਪਰ ਜਦੋਂ ਸਿੱਧ ਪੁਰਸ਼ ਮਿਲ ਜਾਵੇ, ਪਾਰੇ ਨੂੰ ਮਾਰਨ ਵਾਲਾ, ਜਿਹਨੂੰ ਰਸਾਇਣੀ ਵੀ ਕਿਹਾ ਜਾਂਦਾ ਹੈ, ਜੇ ਤੋਂ ਮਿਲ ਜਾਵੇ ਤਾਂ ਉਹ ਪਾਰੇ ਨੂੰ ਮਾਰ ਲੈਂਦਾ ਹੈ ਤੇ ਉਹ ਟਿਕਾ ਲੈਂਦਾ ਹੈ ਪਾਰੇ ਨੂੰ। ਕਿਉਂਕਿ ਜਿਹੜਾ ਪਾਰਾ ਹੈ ਇਹਨੂੰ ਮਾਰਨਾ ਬਹੁਤ ਔਖਾ ਹੈ। ਜਿਵੇਂ ਜਿਹੜਾ ਹੈ ਇਹਨੂੰ ਪਾਰੇ ਨੂੰ ਮਾਰਨ ਵਾਸਤੇ ਬੜੀ ਜਿਹੜੀ ਵਿਧੀ ਸਿੱਖਣੀ ਪੈਂਦੀ ਹੈ। ਤੇ ਜੇ ਕੋਈ ਸਿੱਧ ਪੁਰਸ਼ ਮਿਲ ਜਾਵੇ ਜਿਹੜਾ ਪਾਰਾ ਮਾਰਨ ਜਾਣਦਾ ਹੋਵੇ, ਕੋਈ ਰਸਾਇਣੀ ਜਿਹੜਾ ਸਭ ਬੂਟੀਆਂ ਨੂੰ ਜਾਣਦਾ ਹੋਵੇ, ਤੇ ਉਹ ਜੇ ਮਿਲ ਜਾਵੇ ਉਹਨੂੰ, ਉਹ ਬੂਟੀ ਪਾਰੇ ਮਾਰਨ ਵਾਲੇ ਨੂੰ, ਜਾਂ ਉਹ ਰਸਾਇਣੀ ਪੁਰਸ਼ ਮਿਲ ਜਾਵੇ ਸਿੱਧ ਪੁਰਸ਼, ਤੇ ਉਹ ਪਾਰੇ ਨੂੰ ਮਾਰ ਲੈਂਦਾ ਤੇ ਟਿਕਾ ਲੈਂਦਾ ਹੈ। ਜਿਵੇਂ ਆ ਜਿਹੜੇ ਵੈਦਿਕ ਮਤ ਵਾਲੇ ਹੈ, ਉਹ ਇਸ ਤਰ੍ਹਾਂ ਪਾਰੇ ਨੂੰ ਮਾਰ ਲੈਂਦੇ ਹੈ। ਤੇ ਜਿਹੜਾ ਬਾਥੂ ਹੁੰਦਾ ਹੈ, ਸਿੱਧ ਦਾ ਅਰਥ ਵੀ ਜਬ ਹੈ ਸਿੱਧ ਮਿਲ ਜਾਤ। ਜੇ ਸਿੱਧ ਕਈ ਜਿਹੜੀ ਇੱਕ ਦਵਾਈ ਜਿਹਨੂੰ ਰਿੱਧੀ ਵੀ ਕਹਿੰਦੇ ਹੈ, ਜਿਹਨੂੰ ਸਿੱਧ ਬੂਟੀ ਕਹਿੰਦੇ ਹੈ, ਜੇ ਉਹ ਬੂਟੀ ਮਿਲ ਜਾਵੇ ਤੇ ਫਿਰ ਪਾਰਾ ਮਾਰਿਆ ਜਾ ਸਕਦਾ ਹੈ। ਵੈਦਿਕ ਮਤ ਵਾਲੇ ਇਵੇਂ ਕਰਦੇ ਵੀ ਜਿਹੜੀ ਬਾਥੂ ਹੁੰਦਾ, ਬਾਥੂ ਦੀ ਬੂਟੀ, ਉਹਦਾ ਉਹ ਪਾਣੀ ਜਿਹਾ ਕੱਢ ਲੈਂਦੇ ਹੈ, ਤੇ ਜਾਂ ਉਹਨੂੰ ਰਗੜ ਕੇ ਪਾਊਡਰ ਜਿਹਾ ਬਣਾ ਕੇ ਫਿਰ ਥੱਲੇ ਮੱਠੀ ਅੱਗ ਬਾਲ ਕੇ ਫਿਰ ਉਹ ਪਾਊਡਰ ਨੂੰ ਜਿਹੜਾ ਧੂੜੀ ਜਾਂਦੇ ਥੋੜ੍ਹਾ ਬਿਲਕੁਲ ਐ ਅੱਗ ਜਿਹੜੀ ਮੱਠੀ ਰੱਖਣੀ। ਜੇ ਬਹੁਤੀ ਥੋੜ੍ਹੀ ਵੀ ਅੱਗ ਜੇ ਵੱਧ ਗਈ ਆਪਣੇ ਹੱਦ ਤੋਂ, ਉਹ ਸਾਰਾ ਜਿਹੜਾ ਤੈਸ਼ ਨੈਸ਼ ਹੋ ਜਾਂਦਾ, ਖਤਮ ਹੋ ਜਾਂਦਾ, ਉੱਡ ਜਾਂਦਾ ਪਾਊਡਰ ਜਿਹਾ, ਫਿਰ ਕੱਖ ਨਹੀਂ ਬਣਦਾ। ਕਈ ਉਹ ਪਾਰੇ ਨੂੰ ਮਾਰਨ ਪੈਂਦੇ ਹੈ, ਪਰ ਉਹ ਮਰਦਾ ਨਹੀਂ ਹੈ, ਕਿਉਂਕਿ ਇਹਦੀ ਵਿਧੀ ਬੜੀ ਔਖੀ ਹੈ, ਬੜਾ ਸਾਵਧਾਨ ਹੋ ਕੇ ਮਾਰਨਾ ਪੈਂਦਾ, ਸਮਝ ਨਾਲ। ਇੱਕ ਦਮਦਮਾ ਸਾਹਿਬ ਜਸਵੰਤ ਸਿੰਘ ਸੀ ਬਾਬਾ ਜੀ, ਉਹਨਾਂ ਨੇ ਪਾਰਾ ਮਾਰ ਲਿਆ ਸੀ, ਪਰ ਉਹ ਕੱਚਾ ਰਹਿ ਗਿਆ ਥੋੜ੍ਹਾ। ਉਹਨਾਂ ਜਦੋਂ ਪਾਰਾ ਮਾਰਿਆ, ਖਾ ਲਿਆ, ਤੇ ਫਿਰ ਉਹਨਾਂ ਦਾ ਸਾਰਾ ਸਰੀਰ ਜਿਹੜਾ ਜੁੜ ਗਿਆ ਸੀ। ਤੇ ਬਾਅਦ ਵਿੱਚ ਕਿਉਂਕਿ ਜਿੰਨਾ ਚਿਰ ਫਿਰ ਪਾਰਾ ਦੁਬਾਰਾ ਮਾਰ ਕੇ ਪੱਕਾ ਚੰਗੀ ਤਰ੍ਹਾਂ ਕਰਕੇ ਖਾਧਾ ਨਾ ਜਾਵੇ, ਸਰੀਰ ਖੁੱਲ੍ਹਦਾ ਨਹੀਂ। ਤੇ ਇਹਨੂੰ ਮਾਰਨ ਦੀ ਵਿਧੀ ਬੜੀ ਸਿੱਖਣੀ ਪੈਂਦੀ ਹੈ। ਆ ਕਸ਼ਮੀਰ ਆਦਿਕ ਹੇਮਕੁੰਟ ਸਾਹਿਬ ਵੱਲ ਕਈ ਸਾਧੂ ਸੰਨਿਆਸੀ ਫਕੀਰ ਹੈਗੇ ਹੈ, ਜਿਹੜੇ ਉਹ ਜੜੀ ਬੂਟੀਆਂ ਜਾਣਦੇ, ਉਹ ਬੜੀ ਛੇਤੀ ਪਾਰੇ ਨੂੰ ਮਾਰ ਲੈਂਦੇ। ਜਿਹੜੇ ਮਾਰ ਲੈਂਦੇ ਆ ਉਹ ਫਿਰ ਕਿਸੇ ਨੂੰ ਦੱਸਦੇ ਨਹੀਂ ਹੈ। ਐਸੇ ਵੀ ਕਈ ਹੈ ਵੀ ਜਿਹੜੇ ਉਹ ਪਾਰਾ ਮਾਰਨ ਦੇ ਨਾਲ ਜਿਹੜੀਆਂ ਧਾਤਾਂ ਹੈ ਉਹਨਾਂ ਨੂੰ ਝੱਟ ਸੋਨਾ ਬਣਾ ਲਈਦਾ। ਉਹ ਸੋਨਾ ਬਣਾ ਕੇ ਤੇ ਉਹ ਛਕਾਈ ਜਾਂਦੇ ਹਨ, ਜਿੰਨਾ ਵੀ ਜੀਅ ਕਰਦਾ ਉਹਨਾਂ ਕੁ ਸੋਨਾ ਬਣਾ ਲੈਂਦੇ ਹੈ। ਪਾਰਾ ਮਾਰਨਾ ਆ ਜਾਵੇ ਤੇ ਫਿਰ ਉਹ ਤਾਂਬੇ ਤੋਂ ਸੋਨਾ ਕਰ ਲਈਦਾ ਹੈ। ਹੋਰ ਕਈ ਚੀਜ਼ਾਂ ਨੂੰ ਬਣਾ ਲਈਦਾ। ਜਿਹੜੀਆਂ ਸੱਤ ਧਾਤਾਂ ਹੈ, ਉਪ ਧਾਤਾਂ ਹੈ, ਇਹਨਾਂ ਨੂੰ ਮਾਰਨਾ ਤੇ ਸੌਖਾ, ਪਰ ਪਾਰਾ ਮਾਰਨਾ ਔਖਾ ਹੈ। ਇਸੇ ਤਰ੍ਹਾਂ ਇੱਥੇ ਕਹਿ ਰਹੇ ਹਨ ਕਿ ਵੀ ਜੇ ਸਿੱਧ ਪੁਰਸ਼ ਮਿਲ ਜਾਵੇ ਜਿਹੜਾ ਪਾਰੇ ਨੂੰ ਮਾਰ ਲੈਂਦਾ ਹੈ, ਰਸਾਇਣੀ ਪੁਰਸ਼, ਉਹਦੇ ਪਾਰੇ ਨੂੰ ਮਾਰ ਕੇ ਤੇ ਥਿਰ ਕਰ ਲੈਂਦਾ, ਆ ਟਿਕਾ ਲੈਂਦਾ ਹੈ। ਹੋ ਤਿਉ ਮਨ ਸਤਿਗੁਰ ਮਿਲੇ ਸਥਿਰਤਾ ਤਰਤ ਹੈ। ਬਸ ਉਸੇ ਤਰ੍ਹਾਂ ਹੀ ਜਿਸ ਮਨ ਨੂੰ ਸਤਿਗੁਰੂ ਮਿਲ ਜਾਣ ਪੂਰਨ, ਤੇ ਉਹ ਇਹ ਜਿਹੜਾ ਮਨ ਹੈ ਉਹਨੂੰ ਸਥਿਰਤਾ ਧਾਰ ਦਿੰਦੇ, ਮਨ ਟਿਕਾ ਦਿੰਦੇ ਹੈ। ਗੁਰੂ ਦੀ ਕਿਰਪਾ ਹੋ ਜਾਵੇ ਤੇ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਜੇ ਗੁਰੂ ਦੀ ਕਿਰਪਾ ਹੋ ਜੇ, ਇਹ ਜਿਹੜਾ ਦਸ਼ਾ ਦਿਸ਼ਾਵਾਂ 'ਚ ਮਨ ਭਟਕਦਾ ਹੈ ਫਿਰ ਤੇ ਟਿਕ ਜਾਂਦਾ ਹੈ। ਜਿਉ ਤੁਰੰਗ ਮੁਖਤਾਨ ਅਜਾਨ ਸਿਉਰ ਹੈ। ਸੌਰ ਕੋ ਜਿਵੇਂ ਨਵਾਬ ਆ ਘੋੜਾ ਮੂੰਹ ਤਾਣਾ ਹੋਵੇ, ਮੂੰਹ ਜੋਰ ਘੋੜਾ,
ਉਹਦੇ ਉੱਪਰ ਅਜਾਣ ਜਿਹੜਾ ਮਨੁੱਖ ਸਵਾਰ ਹੋ ਜੇ ਬੇਸਮਝ ਵੱਲੋਂ ਮੱਲੀ ਚੜ ਜਾਵੇ ਉਹ ਮੂੰਹ ਜੋਰ ਘੋੜੇ ਦੇ ਉੱਪਰ। ਸ਼ਵੇਸ਼ਾ ਤਰਲੰ ਦੌਰ ਦੇਤ ਦੁਖ ਭੂਰ ਕੋ। ਉਹ ਜਿਹੜਾ ਘੋੜਾ ਹੈ ਮੂੰਹ ਜੋਰਾ ਘੋੜਾ ਉਹ ਆਪਣੀ ਇੱਛਾ ਨਾਲ ਜਿਹੜਾ ਰਹਿੰਦਾ ਹੈ, ਇੱਛਾ ਨਾਲ ਬੜਾ ਚੰਚਲ ਹੋ ਕੇ ਦੌੜਦਾ ਹੈ, ਤੇ ਉਹ ਜਿਹੜਾ ਅਜਾਣ ਮਨੁੱਖ ਜਾਂ ਚੜ ਜਾਂਦਾ ਉਹਨੂੰ ਬੜਾ ਦੁੱਖ ਦਿੰਦਾ। ਬਾਅਦ ਵਿੱਚ ਉਹ ਚੜ੍ਹਦੇ ਜਾਂਦਾ ਹੈ, ਕੰਟਰੋਲ ਨਹੀਂ ਹੁੰਦਾ ਉਹਦੇ ਕੋਲ, ਫਿਰ ਉਹ ਹੜੱਪੇ ਜੇ ਮਾਰ ਕੇ ਘੋੜਾ ਤੇ ਸੁੱਟ ਦਿੰਦਾ ਪਿਛਾਂਹ ਨੂੰ, ਜਾਂ ਆਪ ਹੀ ਉਹ ਮਾਰ ਮੂਰ ਦਿੰਦਾ ਹੈ ਮਨੁੱਖ ਨੂੰ। ਉਹ ਬੜਾ ਦੁੱਖ ਦਿੰਦਾ ਹੈ ਐਸਾ ਮੂੰਹ ਜੋਰ ਘੋੜਾ। ਚੜਾ ਸੁਜਾਨ ਸੂਰ ਚੜਾ ਸੁਜਾਨ ਸਿਉਰ ਕਸਾ ਕਰ ਲੈ ਕੈ। ਚੜ੍ਹੈ ਸੁਜਾਨ ਸੌਰ, ਜੇ ਤੇ ਹੁਣ ਸਿਆਣਾ ਸਵਾਰ ਚੜ੍ਹ ਜਾਵੇ ਉੱਤੇ ਤੇ ਉਹ ਪਹਿਲਾਂ ਤੇ ਲੈਂਦਾ ਹੱਥ ਵਿੱਚ ਚਾਬਕ, ਜਿਹਦੇ ਨਾਲ ਘੋੜੇ ਨੂੰ ਜਿਹੜਾ ਹੱਥ ਵਿੱਚ ਕਰਨਾ ਹੈ, ਤੇ ਉਹ ਚਾਬਕ ਨੂੰ ਹੱਥ ਵਿੱਚ ਲੈ ਕੇ ਹੋ ਕਰ ਹੈ ਸੋ ਬਸ ਮੁਖ ਮਾਹੇ ਕੰਟਕਾ ਦੇਹ ਕੈ। ਫਿਰ ਉਹ ਜਿਹੜਾ ਮੁਖ ਵਿੱਚ ਉਹ ਲਗਾਮ ਜੀ ਦੇ ਕੇ ਕੜਿਆਲ ਦੇ ਕੇ ਤੇ ਘੋੜੇ ਨੂੰ ਵਸ ਕਰ ਲੈਂਦਾ ਉਹ ਸਿਆਣਾ ਪੁਰਸ਼। ਸਤਿਗੁਰ ਸ਼ਬਦ ਸੌਰ ਤਰਾ ਤਿਹ ਦੀਜੀਏ। ਇਸੇ ਤਰ੍ਹਾਂ ਜਿਹੜਾ ਗੁਰੂ ਜੀ ਦਾ ਸ਼ਬਦ ਹੈ ਉਹ ਤੇ ਨਾਮ ਰੂਪੀ ਜਿਹੜਾ ਅਸਵਾਰ ਦੇ ਹੇਠਾਂ ਜੇ ਦੇ ਦਈਏ ਇਸ ਨੂੰ ਮਨ ਨੂੰ, ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ। ਫਿਰ ਇਹ ਜਿਹੜਾ ਮਨ ਹੈ ਨਾ ਘੋੜਾ, ਇਹਨੂੰ ਕਸ਼ਟ ਦੇਈਏ ਨਰਕ ਦਾ, ਇਹਨੂੰ ਜਿਹੜਾ ਨਰਕ ਦੇ ਵਿੱਚ ਕਸ਼ਟ ਮਿਲਣਾ ਹੈ ਇਹ ਚਾਬਕ ਦਿਖਾਈਏ ਵੀ ਮਨ ਜੇ ਤੂੰ ਰਹੇਂਗਾ ਨਾ ਮੂੰਹ ਜੋਰ ਘੋੜੇ ਵਾਂਗ ਚੰਚਲ ਹੀ ਹਮੇਸ਼ਾ, ਤੇ ਤੈਨੂੰ ਨਰਕ ਵਿੱਚ ਬੜਾ ਦੁੱਖ ਮਿਲੂਗਾ। ਜੇ ਨਰਕਾਂ ਰੂਪੇ ਨੂੰ ਚਾਬਕ ਦਿਖਾ ਦੇਣਾ ਕਰੀਏ। ਵਿਸ਼ੈ ਨਿਵਰਤੀ ਕਰਨ ਸੋ ਕਵ ਕਾ ਜਾਣੀਏ। ਜਿਹੜੀ ਵਿਸ਼ਿਆਂ ਦੀ ਨਿਵਰਤੀ ਜਿਹੜੀ ਕਰਨੀ ਹੈ ਤੇ ਉਹ ਇਹਦੇ ਮੂੰਹ ਦੇ ਵਿੱਚ ਜਿਹੜੀ ਲਗਾਮ ਹੈ ਉਹ ਦੇ ਦੇਣਾ ਕਰੀਏ। ਜੇ ਹੋ ਮਨ ਤੁਰੰਗ ਇਉ ਲਖੋ ਕਰਨ ਵਸ ਠਾਨੀਏ। ਇਹ ਮਨ ਜਿਹੜਾ ਘੋੜਾ ਬੜਾ ਚੰਚਲ ਹੈ, ਇਵੇਂ ਇਹਨੂੰ ਵਸ ਕਰਨਾ ਜਾਣ ਲਈਏ ਨਵਾਬ ਕਿ ਇਹ ਜੇ ਮੂੰਹ ਜੋਰ ਘੋੜੇ ਵਾਂਗ ਜਿਹੜਾ ਹੜੱਪੇ ਮਾਰੇ ਉਛਲੇ ਕੁੱਦੇ, ਇਹਨੂੰ ਨਰਕਾਂ ਦਾ ਜਿਹੜਾ ਕਸ਼ਟ ਰੂਪੀ ਚਾਬਕ ਦਿਖਾਵੇ, ਇਹਦੇ ਵਿੱਚ ਜਿਹੜੀ ਵਿਸ਼ੇ ਦੀ ਨਿਵਰਤੀ ਕਰਨੀ ਹੈ ਇਹਦੇ ਮੂੰਹ 'ਚ ਲਗਾਮ ਦੇ ਦੇਵੇ ਤੇ ਇਹਨੂੰ ਇਸ ਤਰ੍ਹਾਂ ਵਸ ਕਰਨਾ ਜਾਣ ਲੈ ਨਵਾਬ। ਦੋਹਰਾ ਰਾਗ ਦੁਐਖ ਮਲ ਪਰ ਹਰੋ। ਬਾਕੀ ਇਸ ਮਨ ਵਿੱਚ ਜਿਹੜੀ ਆ ਵੀ ਰਾਗ ਕਹਿੰਦਾ ਨਾਲ ਆਪਣੇ ਨਾਲ ਪ੍ਰੇਮ ਕਰਨਾ, ਦੂਸਰੇ ਨਾਲ ਈਰਖਾ ਕਰਨੀ, ਇਹ ਵੀ ਮੈਲ ਜਿਹੜੀ ਛੱਡੋ। ਭਾਣਾ ਪ੍ਰਭ ਕੋ ਮਾਨਾ। ਜੋ ਪ੍ਰਭੂ ਪਰਮੇਸ਼ਰ ਖੁਦਾ ਹੈ ਉਹ ਜੋ ਕਰਦਾ ਤੇ ਭਾਣੇ ਨੂੰ ਵੀ ਮੰਨ। ਸਿਮਰ ਨਾਮ ਕਰਤਾਰ ਕੋ। ਤੇ ਜਿਹੜਾ ਪਰਮੇਸ਼ਰ ਕਰਤਾਰ ਖੁਦਾ ਦਾ ਨਾਮ ਨੂੰ ਚੇਤੇ ਕਰ ਹਰ ਵਕਤ। ਕਰਹੁ ਜਨਮ ਨਿਜ ਧਨ। ਆਪਣਾ ਜਿਹੜਾ ਇਹ ਜਨਮ ਲਿਆ ਮਨੁੱਖਾ ਇਹਨੂੰ ਧਨ ਕਰ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੁਣ ਸਤਿਗੁਰ ਉਪਦੇਸ਼ ਕੋ। ਇੱਧਰ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਨਵਾਬ ਧਾਰ ਹਿਰਦੈ ਮਹਲੀਨਾ। ਹਿਰਦੇ ਵਿੱਚ ਧਾਰ ਲਿਆ ਹੈ, ਪੱਕਾ ਕਰ ਲਿਆ ਸ਼ਬਦ। ਕਰ ਬੰਦੇ ਬੰਧਨ ਕਰੀ। ਹੱਥਾਂ ਨੂੰ ਜੋੜ ਕੇ ਬੰਨ ਕੇ ਤੇ ਗੁਰੂ ਜੀ ਨੂੰ ਨਮਸਕਾਰ ਕੀਤੀ ਨਵਾਬ ਨੇ। ਬੋਲਿਓ ਬਚਨ ਪਰਬੀਨਾ। ਫਿਰ ਇਹ ਜਿਹੜਾ ਨਵਾਬ ਸਿਆਣਾ ਬਚਨ ਬੋਲਿਆ। ਅੜੇਲਾ ਦਾਮ ਸਾਤ ਸੈ ਸਾਠ ਕਹੋ ਕਿਆ ਕੀਜੀਏ। ਮਹਾਰਾਜ ਜੋ ਤੁਹਾਡੇ ਵਾਧੇ ਦੇ ਪੈਸੇ ਬਚਦੇ ਐ 760 ਰੁਪਈਏ, ਦੱਸੋ ਮਹਾਰਾਜ ਉਹਦਾ ਕੀ ਕਰੀਏ। ਮੂਲਾ ਕਰੀ ਪੁਕਾਰ ਕਹਿ ਮੁਝ ਦੀਜੀਏ। ਆਪ ਜੀ ਦੇ ਜੋ ਸਸੁਰ ਹਨ ਮੂਲ ਚੰਦ ਨੇ ਫਰਿਆਦ ਕੀਤੀ ਵੀ ਉਹ ਪੈਸੇ ਜਿਹੜੇ ਮੈਨੂੰ ਦੇ ਦਈਏ, ਤੇ ਉਹ ਕਹਿੰਦਾ ਵੀ ਮੈਂ ਆਪਣੀ ਧੀ ਭਾਵ ਤੁਹਾਡੇ ਸੁਪਤਨੀ ਸੁਲੱਖਣੀ ਜੀ ਨੂੰ ਤੇ ਤੁਹਾਡੇ ਸੁਪੁੱਤਰ ਸ਼੍ਰੀ ਚੰਦ ਨੂੰ ਦੇ ਦੇਣੇ ਹਨ। ਅਬ ਜਿਹ ਬਿਦ ਨਿਜ ਬਦਨ ਬਦਹੋ ਤਸ ਬਿਦ ਕਰਾ। ਮਹਾਰਾਜ ਜਿਸ ਤਰ੍ਹਾਂ ਆਪ ਹੁਣ ਮੁਖੋਂ ਕਹਿ ਦਈਏ ਆਪਣੇ ਤੋਂ ਤੇ ਉਸੇ ਤਰ੍ਹਾਂ ਮੈਂ ਘਰ ਕਰਾ ਲਵਾਂ। ਜੇ ਆਪ ਕਹਿ ਦਿਓ ਵੀ ਘਰ ਦੇ ਦਈਏ ਤੇ ਘਰ ਦੇ ਦੇਵਾਂ,
ਆਪ ਕਹਿ ਦੋ ਵੀ ਫਕੀਰਾਂ ਨੂੰ ਦੇਣੇ ਤੇ ਮੈਂ ਫਕੀਰਾਂ ਨੂੰ ਦੇ ਦਵਾਂ। ਹੋ ਮੈਂ ਮੁਰੀਦ ਤਬ ਭਇਓ ਮਿਹਰ ਮੁਰ ਪਰ ਧਰੈ। ਮਹਾਰਾਜ ਮੈਂ ਤੁਹਾਡਾ ਜਿਹੜਾ ਮਰੀਦ ਸੇਵਕ ਹੋ ਗਿਆ ਹਾਂ ਤੇ ਮੇਰੇ ਉੱਪਰ ਮਿਹਰ ਹੀ ਕਰੀਏ, ਹੁਣ ਮਿਹਰ ਹੀ ਰੱਖੀਏ। ਸੁਨੇ ਬਿਨਾ ਕੇ ਬੈਨ ਨਾਨ ਕਰਨਾ ਭਰੇ। ਬੇਨਤੀ ਦੇ ਬਚਨ ਗੁਰੂ ਜੀ ਨੇ ਜਦੋਂ ਸੁਣੇ ਦੇ ਨਵਾਬ ਦੇ, ਗੁਰੂ ਜੀ ਦੇ ਨੇਤਰਾ ਕਰਨਾ ਦਇਆ ਦੇ ਨਾਲ ਭਰ ਗਏ ਹਨ। ਭਵ ਸੰਭਵ ਦੁਖ ਗ੍ਰਸਤ ਬੰਦ ਤਿਹ ਕੇ ਹਰੇ। ਜਿਹੜੇ ਸੰਸਾਰ ਤੋਂ ਪੈਦਾ ਹੋਏ ਦੁੱਖ ਆ ਬੜੇ ਭਿਆਨਕ, ਜਿਨ੍ਹਾਂ ਵਿੱਚ ਗਰਸਿਆ ਹੋਇਆ ਫਸਿਆ ਹੋਇਆ ਸੀ ਨਵਾਬ, ਆ ਮਿਹਰ ਦੀ ਨਜ਼ਰ ਨਾਲ ਇਹਦੇ ਉਸੇ ਵੇਲੇ ਉਹ ਬੰਧਨ ਮੋਹ ਮਮਤਾ ਦੇ ਨਾਸ ਕਰ ਦਿੱਤੇ ਹਨ। ਕਹਿਓ ਇੱਕ ਬਾਰ ਦੇਨ ਧਨ ਤੋਹੇ ਤਬ। ਮਹਾਰਾਜ ਕਹਿਣ ਲੱਗੇ ਵੀ ਨਵਾਬ ਤੈਨੂੰ ਤੇ ਅਸੀਂ ਇੱਕ ਪਹਿਲਾਂ ਹੀ ਇੱਕੇ ਵਾਰ ਹੀ ਤੈਨੂੰ ਕਹਿ ਦਿੱਤਾ ਹੈ ਵੀ ਜਿਹੜਾ ਪੈਸੇ ਆ ਵੀ ਫਕੀਰਾਂ ਨੂੰ ਦੇ ਦੇ। ਹੋ ਅਗਰਜ ਜਿਉ ਔਰ ਆਏ ਕਰਹੁ ਤਿਉ ਕਾਜ ਅਬ। ਵੀ ਤੈਨੂੰ ਤੇ ਅਸੀਂ ਪਹਿਲਾਂ ਹੀ ਕਹਿ ਦਿੱਤਾ ਇੱਕੇ ਵਾਰ ਹੀ ਵੀ ਉਹ ਪੈਸੇ ਫਕੀਰਾਂ ਨੂੰ ਦੇ ਦੇ। ਅੱਗੋਂ ਹੁਣ ਜਿਵੇਂ ਤੇਰੇ ਹਿਰਦੇ ਵਿੱਚ ਆਉਂਦੀ ਉਹ ਤੂੰ ਉਸੇ ਤਰ੍ਹਾਂ ਹੀ ਕੰਮ ਕਰ ਲੈ। ਆਨਨ ਖਾਨ ਬਖਾਨ ਕਾਨ ਸੁਨ ਨਿਦ ਮਇਆ। ਅੱਗੋਂ ਜਿਹੜਾ ਨਵਾਬ ਨੇ ਮੁਖ ਤੋਂ ਕਿਹਾ ਹੈ ਕਿ ਇਹ ਮਿਹਰ ਦੇ ਸਮੁੰਦਰ, ਦਇਆ ਦੇ ਸਮੁੰਦਰ, ਦਇਆ ਦੇ ਖਜ਼ਾਨੇ ਮਹਾਰਾਜ ਜੀ ਆ ਬਚਨ ਮੇਰਾ ਸੁਣੀਏ ਕੰਨ ਦੇ ਕੇ ਧਿਆਨ ਨਾਲ। ਅਰਧ ਦਰਬ ਸ੍ਰੀ ਚੰਦ ਅਰਧ ਤਿੰਨ ਮਨ ਠਿਆ। ਮੇਰਾ ਤੇ ਇਹੀ ਖਿਆਲ ਹੈ ਕਿ ਅੱਧਾ ਜਿਹੜੇ ਪੈਸੇ ਹੈ ਉਹ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਨੂੰ ਦੇ ਦਈਏ, ਭਾਵ ਤੁਹਾਡੇ ਸੁਪੁੱਤਰ ਲਖਮੀ ਦਾਸ ਸ਼੍ਰੀ ਚੰਦ ਵਾਸਤੇ, ਤੁਹਾਡੇ ਮਹਿਲ ਸੁਲੱਖਣੀ ਜੀ ਨੂੰ ਦੇ ਦੇਵਾਂ। ਅੱਧੇ ਜਿਹੜੇ ਪੈਸੇ ਉਹ ਫਕੀਰਾਂ ਨੂੰ ਦੇ ਦੇਵਾਂ। ਐਵੇਂ ਮਨ 'ਚ ਮੈਂ ਤੇ ਗੱਲ ਧਾਰਨ ਕੀਤੀ ਹੈ। ਕੌਣ ਤੁਮ ਜੋ ਮਨ ਹੋਏ ਰਜਾਏ ਭਣੀਜੀਏ। ਬਾਕੀ ਜਿਵੇਂ ਤੁਹਾਡੀ ਮਹਾਰਾਜ ਆਗਿਆ ਹੈ ਉਸੇ ਤਰ੍ਹਾਂ ਕਹਿ ਦਈਏ, ਮੈਂ ਉਸੇ ਤਰ੍ਹਾਂ ਵੀ ਕਰ ਲਵਾਂਗਾ। ਹੋ ਕਰੋ ਕਾਜ ਮੈਂ ਸੋਏ 10 ਲੱਖ ਲੀਜੀਏ। ਮੈਂ ਉਸੇ ਤਰ੍ਹਾਂ ਜਿਵੇਂ ਆਪ ਜੀ ਕਹੋਗੇ, ਆਪ ਜੀ ਦੀ ਆਗਿਆ ਹੋਵੇਗੀ ਉਹ ਤਰ੍ਹਾਂ ਕਰ ਲਵਾਂਗਾ ਕੰਮ। ਮੈਨੂੰ ਆਪਣਾ ਦਾਸ ਸੇਵਕ ਜਾਣ ਲਈਏ ਮਹਾਰਾਜ। ਸ੍ਰੀ ਮੁਖ ਕਹਿ ਤੁਮਾਰ ਜੋ ਮਨ ਮਹਿ ਆਵਈ। ਮਹਾਰਾਜ ਮੁਖੋਂ ਕਹਿਣ ਲੱਗੇ ਵੀ ਨਵਾਬ ਜਿਵੇਂ ਤੇਰੇ ਮਨ ਵਿੱਚ ਆਉਂਦੀ ਹੈ ਗੱਲ, ਤਿਸ ਵਿਦ ਕਰੀਏ ਆਪ ਨਾ ਕੋਈ ਹਟਾਵਈ। ਉਸੇ ਤਰ੍ਹਾਂ ਕਰ ਲੈ ਆਪ, ਤੇਰੀ ਗੱਲ ਕੋਈ ਨਹੀਂ ਹਟਾਉਂਦਾ ਮੋੜਦਾ। ਵੀ ਅਸੀਂ ਨਹੀਂ ਕਿ ਤੈਨੂੰ ਕੁਝ ਕਹਿੰਦੇ, ਜਿਵੇਂ ਤੇਰਾ ਜੀ ਕਰਦਾ ਉਸੇ ਤਰ੍ਹਾਂ ਕਰ ਲੈ। ਕਿ ਜਿਵੇਂ ਅੱਧੇ ਉੱਧਰ ਦੇਣੇ ਘਰ ਤੇ ਘਰ ਦੇ ਦੇ, ਅੱਧੇ ਫਕੀਰਾਂ ਨੂੰ ਦੇਣੇ ਫਕੀਰਾਂ ਨੂੰ ਦੇ ਦੇ। ਕਹਿ ਕਰ ਮਿਆਨ ਕੇਤ ਮਸੀਤ ਹੈ ਤੇ ਚੱਲੇ। ਮਾਇਆ ਨਕੇਤ ਜੋ ਮੇਰ ਦੇ ਘਰ ਹੈ, ਗੁਰੂ ਮਹਾਰਾਜ ਇਸ ਤਰ੍ਹਾਂ ਕਹਿ ਕਰਕੇ ਮਸੀਤ ਤੋਂ ਬਾਹਰ ਨੂੰ ਚੱਲੇ ਹਨ। ਹੋ ਜਗ ਜਿਨ ਭਗਤ ਦੇੜਾਏ ਚਲਾਇਓ ਮਗ ਭਲੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ, ਜਿਸ ਗੁਰੂ ਨਾਨਕ ਦੇਵ ਮਹਾਰਾਜ ਨੇ ਜਗਤ ਵਿੱਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਪੱਕਿਆਂ ਕਰਾਇਆ ਹੈ ਆਪਣੇ ਸੇਵਕਾਂ ਨੂੰ, ਉਹ ਚੰਗੇ ਰਸਤੇ ਤੇ ਚੱਲੇ ਹਨ। ਨਿਸ਼ਚਾ ਭਇਓ ਨਵਾਬ ਨਾ ਪੁਨ ਮਨ ਡੋਲਿਆ। ਨਵਾਬ ਦੌਲਤ ਖਾਂ ਦਾ ਤੇ ਐਸਾ ਭਰੋਸਾ ਵੱਜ ਗਿਆ, ਐਸਾ ਨਿਸ਼ਚਾ ਹੋ ਗਿਆ ਮਹਾਰਾਜ ਉੱਪਰ, ਫਿਰ ਇਹ ਜ਼ਿੰਦਗੀ ਰਹਿੰਦੀ ਤੱਕ ਮਨ ਕਰਕੇ ਨਹੀਂ ਡੋਲਿਆ। ਔਰ ਸੁਖ ਪਾਏ ਅਮੋਲ ਵਿਸਾਲ ਨਾ ਬੋਲਿਆ। ਹਿਰਦੇ ਵਿੱਚ ਅਮੋਲ ਬੇਅੰਤੀ ਸੁਖ ਪਾਇਆ ਹੈ। ਫਿਰ ਜਦੋਂ ਜਿੰਨੀ ਜ਼ਿੰਦਗੀ ਰਿਹਾ ਹੈ ਬਹੁਤਾ ਨਹੀਂ ਮਹਾਰਾਜ ਕੋਲ ਬੋਲਿਆ, ਭਾਵ ਜਿਹੜੇ ਹੈ ਹਮੇਸ਼ਾ ਨਿਮਾਣਾ ਹੋ ਕੇ ਬੋਲਿਆ ਹੈ। ਕਦੀ ਨਹੀਂ ਆਪਣਾ ਰਾਜ ਪੁਣੇ ਦਾ ਸੁਭਾਅ ਦਿਖਾਇਆ, ਅੱਗੋਂ ਕਦੀ ਨਹੀਂ ਇਹਨੇ ਮੋੜਵਾਂ ਬਚਨ ਕਿਹਾ ਮਹਾਰਾਜ ਜੀ ਨੂੰ। ਗੁਰੂ ਜੀ ਅੱਗੇ ਵਾਧੂ ਜਿਹੜਾ ਬਚਨ ਨਹੀਂ ਕਦੀ ਬੋਲਿਆ। ਫਿਰ ਮਨਜ ਪਰਸ ਪਰ ਭਨਤ ਭਇਓ ਬਿਰਤਾਂਤ ਜੋ ਇੱਥੇ ਮਸੀਤ ਵਿੱਚ ਸਾਰੀ ਗੱਲਬਾਤ ਹੋਈ, ਬਿਰਤਾਂਤ ਮਨੁੱਖ ਜਿਹੜੇ ਆਪੋ ਵਿੱਚ ਕਹਿੰਦੇ ਹਨ। ਹੋ ਅੰਤਰ ਜਾਮੀ ਹੈ ਬਤਾਈ ਬਾਤ ਜੋ। ਕਹਿੰਦੇ ਵੀ ਇਹ ਜੋ ਗੁਰੂ ਨਾਨਕ ਸਾਹਿਬ ਇਹ ਤੇ ਅੰਤਰਜਾਮੀ ਹਨ, ਜੋ ਵੀ ਇਹਨਾਂ ਨੇ ਗੱਲਬਾਤ ਦੱਸੀ ਹੈ ਬਿਲਕੁਲ ਸਹੀ ਦੱਸੀ ਹੈ। ਦੋਹਰਾ ਸੁਨ ਨਿੱਦਾ ਦਿਜਬਲ ਸਕਲ। ਇੱਧਰ ਨਿੱਦਾ ਬ੍ਰਾਹਮਣ ਜੋ ਜੈ ਰਾਮ ਜੀ ਨੇ ਭੇਜਿਆ ਸੀ, ਇਹ ਸਾਰੀ ਗੱਲ ਨੂੰ ਸੁਣ ਕੇ
ਧਾਵਾ ਸੁਧ ਕੇ ਹੇਤ। ਇਹ ਬੜਾ ਦੌੜਿਆ ਮਸੀਤ ਤੋਂ ਜੈ ਰਾਮ ਦੇ ਘਰ ਵੱਲ ਨੂੰ ਖਬਰ ਦੇਣ ਵਾਸਤੇ। ਦੁਖਿਤ ਸਰਪ ਪਰਿਵਾਰ ਜੋ, ਇੱਧਰ ਜੋ ਸਾਰਾ ਪਰਿਵਾਰ ਬੜਾ ਦੁਖੀ ਹੋ ਰਿਹਾ ਸੀ, ਵੈਸੇ ਹੁਤੇ ਨਕੇਤ। ਜੋ ਘਰ ਵਿੱਚ ਬੈਠੇ ਸੀ। ਅੜੇਲਾ ਕਹਿਓ ਆਨ ਜਜਮਾਨ, ਵਧਾਇਓ ਸੁਖ ਭਇਓ। ਇਹ ਨਿੱਦੇ ਬ੍ਰਾਹਮਣ ਨੇ ਆਣ ਕੇ ਕਿਹਾ ਵੀ ਜਜਮਾਨ ਜੈ ਰਾਮ ਤੈਨੂੰ ਵਧਾਈ ਹੋਵੇ, ਤੈਨੂੰ ਸੁਖ ਹੋਵੇ। ਔਰ ਹਰਖ ਹੋ ਹਰ ਭਰਮਾ, ਸੋ ਜਸ ਜਗ ਮਹਿ ਛਿਓ। ਜੈ ਰਾਮ ਆ ਖੁਸ਼ ਹੋ ਹਿਰਦੇ ਵਿੱਚ, ਆਪਣੇ ਭਰਮ ਨੂੰ ਦੂਰ ਕਰ ਛੱਡ ਵੀ ਤੇਰਾ ਤੇ ਜਿਹੜਾ ਇਹ ਜਗਤ ਵਿੱਚ ਬੜਾ ਸ੍ਰੇਸ਼ਟ ਜਾਸੀ ਪਸਰਿਆ ਫੈਲ ਗਿਆ ਹੈ। ਸੰਤ ਸ਼ਰੋਨ ਪੁਟ ਸੰਗ ਸੋਮ ਪੀ ਕਰ ਜਬੈ। ਅੱਜ ਜਦੋਂ ਇਹ ਕਿ ਇਹਨੇ ਕੰਨਾਂ ਵਿੱਚ ਜੈ ਰਾਮ ਜੀ ਨੇ ਕੰਨਾਂ ਰੂਪੀ ਡੋਨਿਆਂ ਦੇ ਨਾਲ ਅੰਮ੍ਰਿਤ ਜਿਹੜਾ ਬਚਨਾ ਰੂਪੀ ਅੰਮ੍ਰਿਤ ਪੀ ਵੀ ਲਿਆ ਹੈ, ਫਿਰ ਵੀ ਹੋ ਪਿਆਸ ਨਾ 부ਜੀ ਜਰਾਮ, ਬਹੁਰ ਬੂਝਿਓ ਤਬੈ। ਫਿਰ ਵੀ ਇਹਦੀ ਪਿਆਸ ਨਹੀਂ 부ਜੀ ਹੈ। ਤੇ ਜੈ ਰਾਮ ਨੇ ਮੁੜ ਨਿੱਦੇ ਬ੍ਰਾਹਮਣ ਨੂੰ ਪੁੱਛਿਆ ਹੈ ਤਦੋਂ। ਪਨਹੁ ਬਿਪਰ ਬਰ ਸਕਲ ਭਇਓ ਬਿਰਤਾਂਤ ਜਿਉ। ਇਹ ਨਿੱਦੇ ਬ੍ਰਾਹਮਣ ਤੂੰ ਸ੍ਰੇਸ਼ਟ ਬ੍ਰਾਹਮਣ ਉਸੇ ਤਰ੍ਹਾਂ ਹੀ ਕਹਿ ਜਿਵੇਂ ਉਹ ਮਸੀਤ ਵਿੱਚ ਸਾਰੀ ਗੱਲਬਾਤ ਹੋਈ ਹੈ। ਨਾਨਕ ਬਹੁਰ ਨਿਬਾਬ, ਨਬੇਰ ਸੁਨਾਓ ਤਿਉ। ਜੋ ਗੁਰੂ ਨਾਨਕ ਸਾਹਿਬ ਜੀ ਤੇ ਨਵਾਬ ਦੇ ਵਿੱਚ ਨਿਬੇੜਾ ਹੋਇਆ ਹੈ, ਜੋ ਫੈਸਲਾ ਹੋਇਆ ਹੈ, ਉਹ ਵੀ ਸਾਰਾ ਤੂੰ ਸੁਣਾ ਉਸੇ ਤਰ੍ਹਾਂ ਹੀ। ਕਹਿ ਨਿੱਦਾ ਮੈਂ ਸੁਣੀ, ਠਾਂਡ ਨਾਨਕ ਰਹੇ। ਇਹ ਨਿੱਦਾ ਬ੍ਰਾਹਮਣ ਕਹਿਣ ਲੱਗਾ ਵੀ ਜੈ ਰਾਮ ਮੈਂ ਤੇ ਅੰਦਰ ਤੇ ਗਿਆ ਨਹੀਂ, ਮੈਂ ਬਾਹਰ ਹੀ ਆ ਗੱਲ ਸੁਣੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਖੜੇ ਰਹੇ ਹੈ, ਆ ਕੋਈ ਨਵਾਜ਼ ਨਹੀਂ ਪੜੀ, ਕੋਈ ਨੀਵੇਂ ਹੋ ਕੇ ਸਜਦਾ ਨਹੀਂ ਕੀਤਾ ਮਸੀਤ ਵਿੱਚ। ਹੋ ਕਰੀ ਨਿਬਾਬ ਨਿਵਾਜ, ਬਹੁਤ ਨੁਤ ਪੁਨ ਕਹੇ। ਮੈਂ ਤੇ ਐਵੇਂ ਸੁਣਿਆ ਵੀ ਨਵਾਬ ਨੇ ਪੂਰੀ ਨਵਾਜ਼ ਕੀਤੀ ਸੀ। ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਬਚਨ ਕਹੇ, ਸਮਝਾਇਆ ਬੁਝਾਇਆ ਕਾਜੀ ਨੂੰ ਤੇ ਨਵਾਬ ਨੂੰ। ਨਵਾਬ ਨੇ ਪੁਨः ਗੁਰੂ ਨਾਨਕ ਦੇ ਮਹਾਰਾਜ ਬੜੀ ਸਿਫਤ ਕੀਤੀ ਕਹੀ ਹੈ। ਅੰਤਰ ਨਹੀਂ ਮਸੀਤ ਸੋ ਬਾਹਰ ਮੈਂ ਸੁਣੀ। ਮੈਂ ਮਸੀਤ ਦੇ ਅੰਦਰ ਤੇ ਜਾ ਨਹੀਂ ਸਕਿਆ, ਬਾਹਰ ਹੀ ਇਹ ਗੱਲ ਸੁਣੀ ਹੈ ਸਾਰੀ। ਹਰਖ ਬ੍ਰਿਖ ਔਰ ਬਦਤ ਨਾਨਕੀ ਪੁਨ ਭਨੀ। ਇਹ ਗੱਲ ਸੁਣ ਕੇ ਖੁਸ਼ੀ ਦਾ ਜਿਹੜਾ ਰੁੱਖ ਹੈ ਬ੍ਰਿਸ਼, ਉਹ ਤੇ ਹਿਰਦੇ ਵਿੱਚ ਵੱਧ ਗਿਆ ਹੈ। ਹਿਰਦੇ ਵਿੱਚ ਖੁਸ਼ੀ ਦਾ ਬ੍ਰਿਸ਼ ਵੱਧ ਗਿਆ ਹੈ। ਤੇ ਪੁਨः ਗੁਰੂ ਨਾਨਕ ਸਾਹਿਬ ਜੀ ਦੇ ਜੋ ਵੱਡੇ ਭੈਣ ਹੈ ਨਾਨਕੀ ਜੀ, ਉਹਨਾਂ ਮੁਖੋਂ ਕਹਿਆ ਬਚਨ। ਦਿਜਬਰ ਭਰਾਤਾ ਕਹਾਂ ਆਪ ਤਜ ਕਰ ਆਏ। ਕਿਆ ਹੈ ਕਿ ਸ੍ਰੇਸ਼ਟ ਬ੍ਰਾਹਮਣ ਨਿੱਦਾ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਨੂੰ ਆਪ ਜੀ ਕਿੱਥੇ ਵੀ ਛੱਡ ਕਰਕੇ ਆ ਗਏ ਹੋ। ਹੇਰੂ ਕਦੋਂ ਨਾਹੇ ਬਾਹਰ ਕਿਹ ਦਿਸ਼ ਗਏ। ਕਿ ਵੀ ਤੂੰ ਉਹਨਾਂ ਨੂੰ ਵੇਖਿਆ ਨਹੀਂ ਹੈ ਕਿ ਉਹ ਕਿਸ ਪੱਕ ਤਰਫ ਜਿਹੜਾ ਬਾਅਦ ਵਿੱਚ ਚਲੇ ਗਏ ਸਨ। ਹੋ ਨਾ ਹੀਰੇ ਤਹਾਂ ਦੇਨ ਦ੍ਰੁਤ ਸੁਧ ਆਇਓ। ਫਿਰ ਬ੍ਰਾਹਮਣ ਤੂੰ ਵੇਖਿਆ ਕਿ ਜਾਂ ਨਹੀਂ ਵੇਖਿਆ ਹੈ ਕਿ ਕਿਸ ਤਰਫ ਉਹ ਚਲੇ ਗਏ ਹੈ, ਤੂੰ ਉੱਥੇ ਉਹਨਾਂ ਨੂੰ ਵੇਖਿਆ ਨਹੀਂ ਹੈ। ਇਹ ਕਹਿਣ ਲੱਗਾ ਫਿਰ ਨਿੱਦਾ ਬ੍ਰਾਹਮਣ ਵੀ ਨਾਨਕੀ ਜੀ ਮੈਂ ਤੇ ਉਹਨਾਂ ਨੂੰ ਉੱਥੇ ਨਹੀਂ ਵੇਖਿਆ, ਮੈਂ ਤੇ ਖਬਰ ਦੇਣ ਵਾਸਤੇ ਬੜੀ ਛੇਤੀ ਤੁਹਾਡੇ ਕੋਲ ਆ ਗਿਆ ਹਾਂ। ਸੁਨੰਤ ਸ਼ਰਵਨ ਜੈ ਰਾਮ ਰੋਸ ਤਿਹ ਪਰ ਕਯੋ। ਸੁਣ ਕੇ ਕੰਨਾਂ ਵਿੱਚ ਭਾਈਆ ਜੈ ਰਾਮ ਤੇ ਨਿੱਦੇ ਬ੍ਰਾਹਮਣ ਦੇ ਉੱਪਰ ਤੇ ਬੜਾ ਰੋਸ ਕੀਤਾ ਹੈ। ਮਿਲਿਓ ਖੋਜ ਕਰ ਕਿਉ ਨਾ ਕੁਸ਼ਲ ਤਿਨ ਤੇ ਲਈ। ਤੇ ਉਹ ਨਿੱਦੇ ਬ੍ਰਾਹਮਣ ਤੂੰ ਉਹਨਾਂ ਨੂੰ ਭਾਲ ਕਰਕੇ ਲੱਭ ਕਰਕੇ ਮਿਲਿਆ ਕਿਉਂ ਨਹੀਂ ਹੈ, ਵੀ ਉਹਨਾਂ ਤੋਂ ਤੂੰ ਸੁਖ ਸ਼ਾਂਤ ਪੁੱਛਦਾ, ਕੁਸ਼ਲ ਪ੍ਰਸੰਨ ਪੁੱਛਦਾ, ਵੀ ਕਿਉਂ ਨਹੀਂ ਉਹਨਾਂ ਤੋਂ ਤੂੰ ਆਨੰਦ ਸੁਖ ਸਾਂਦ ਪੁੱਛਣਾ ਕੀਤੀ, ਕਿਉਂ ਨਹੀਂ ਉਹਨਾਂ ਦੀ ਸੁਖ ਸਾਂਦ ਲਈ। ਹੋ ਆਇਓ ਸੁਧ ਬਿਨ ਲਏ ਬਾਤ ਭਲ ਨਹ ਕਈ। ਐਵੇਂ ਹੀ ਆ ਬਿਨਾਂ ਖਬਰ ਲਏ ਤੁਸੀਂ ਮਿਲੇ ਤੋਂ ਉਹਨਾਂ ਤੋਂ ਤੂੰ ਆ ਗਿਆ ਹੈ, ਆ ਤੂੰ ਚੰਗੀ ਗੱਲ ਨਹੀਂ ਕੀਤੀ ਬ੍ਰਾਹਮਣ। ਭਨਤ ਨਾਨਕੀ ਬਚਨਾ ਚਿੰਤ ਚਿਤ ਤੇ ਤਜੋ। ਮੈਂ ਨਾਨਕੀ ਜੀ ਬਚਨ ਕਹਿਣ ਲੱਗੇ ਵੀ ਪਤੀ ਮਾਲਕ ਜੀ ਆ ਚਿੱਤ ਵਿੱਚ ਜਿਹੜੀ ਚਿੰਤਾ ਉਹਨੂੰ ਤੁਸੀਂ ਛੱਡੋ। ਤਰਹ ਪ੍ਰੀਤ ਪ੍ਰਤੀਤ ਨਾ ਸੰਸਾ ਹਤ ਅਜੋ। ਆ ਜਿਹੜੀ
ਪ੍ਰੀਤੀ ਹੈ ਨਾ, ਪ੍ਰੇਮ, ਉਹਨੂੰ ਹਿਰਦੇ ਵਿੱਚ ਧਾਰੋ, ਭਰੋਸੇ ਨੂੰ ਧਾਰਨ ਕਰੋ ਆਪਣੇ ਹਿਰਦੇ ਵਿੱਚ ਵੀ ਆ ਤੁਹਾਡਾ ਜਿਹੜਾ ਸੰਸਾ ਵੀ ਹਜੇ ਵੀ ਨਾਸ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦਿੱਤਾ ਬ੍ਰਾਹਮਣ ਨੇ, ਉਹ ਸੰਸੇ ਨੂੰ ਛੱਡੋ, ਜਿਹੜੇ ਭਰੋਸਾ ਯਕੀਨ ਉਹਨੂੰ ਹਿਰਦੇ ਵਿੱਚ ਧਾਰੋ। ਉਠੋ ਅਸਨ ਮੁਖ ਅਚਹੋ ਬਹੁਤ ਚਿਰ ਕੋ ਧਰਿਓ। ਆ ਭੋਜਨ ਜਿਹੜਾ ਉੱਠ ਕੇ ਛਕੋ ਤੇ ਮੁਖ ਵਿੱਚ ਜਿਹੜਾ ਬਹੁਤ ਚਿਰ ਦਾ ਹੀ ਧਰਿਆ ਰੱਖਿਆ ਹੋਇਆ ਹੈ। ਹੋ ਆਵਹਿਗੇ ਸੁਖ ਸੰਗ ਭਰਾਤ ਹਰ ਅਵਤਰਿਓ। ਜੋ ਮੇਰੇ ਭਰਾ ਹੈ ਉਹ ਤੇ ਪਰਮੇਸ਼ਰ ਦਾ ਅਵਤਾਰ ਹਨ, ਉਹ ਤੇ ਆਪੇ ਸੁਖ ਦੇ ਨਾਲ ਮੌਜ ਵਿੱਚ ਆ ਕੇ ਆ ਜਾਣਗੇ ਘਰ। ਇਹ ਬਿਦ ਬਦਨ ਹੈ ਬਦਤ ਸਦਨ ਪਰ ਦੰਤੰ। ਇਸ ਤਰ੍ਹਾਂ ਜਿਹੜੇ ਆ ਦੋਵੇਂ ਜੀ ਮੁਖੋਂ ਜਿਹੜਾ ਘਰ ਵਿੱਚ ਬਚਨ ਕਹਿ ਰਹੇ ਸਨ ਹਜੇ। ਨੀਚੇ ਤੁਲਸਾ ਹੁਤੇ ਨਿਰਖ ਜਗ ਬੰਦਤੰ। ਇੱਧਰ ਨੀਰੇ ਥੱਲੇ ਕਿਉਂਕਿ ਚਬਾਰਾ ਸੀ, ਭਾਈਆ ਜੈ ਰਾਮ ਹੋਣੀ ਤੇ ਉੱਪਰ ਬੈਠੇ ਸਨ। ਇੱਧਰ ਥੱਲੇ ਪਾਸੇ ਭਾਵ ਜ਼ਮੀਨ ਤੇ ਪਹਿਲੀ ਮੰਜ਼ਲ ਵਿੱਚ ਹੀ ਤੁਲਸਾ ਦਾਸੀ ਹੈ ਸੀ ਤੇ ਉਹਨੇ ਜਗਤ ਦੇ ਜੋ ਬੰਦਨਾ ਯੋਗ ਨਮਸਕਾਰ ਜੋ ਗੁਰੂ ਨਾਨਕ ਸਾਹਿਬ ਜੀ ਆਉਂਦੇ ਹੋਏ ਵੇਖੇ ਹਨ। ਬਦੂ ਭਰਾਤ ਜੀ ਆਏ ਬਦਨ ਅਰਬਿੰਦਿਆ। ਉਹ ਕਿਹਾ ਹੈ ਕਿ ਜੈ ਰਾਮ ਦੀ ਵਹੁਟੀ ਨਾਨਕੀ ਤੇਰੇ ਭਰਾ ਜੀ ਆ ਗਏ ਹੈ, ਜਿਨ੍ਹਾਂ ਦਾ ਮੁਖ ਕਮਲ ਫੁੱਲ ਵਰਗਾ ਹੈ। ਹੋ ਆਨੰਦ ਕਾਂਦ ਮਕਾਂਦ ਕਦਨ ਦੁਖ ਦੁੰਦਿਆ। ਜੋ ਆਨੰਦ ਦੇ ਦਾਤੇ ਬਦਲਹਾਰ ਮੁਕਤੀ ਦਾਤੇ ਹੈ ਤੇ ਜੋ ਦੁੱਖਾਂ ਨੂੰ ਵੀ ਕੱਟਣ ਵਾਲੇ ਹੈ, ਆ ਅਪਦ ਝਗੜੇ ਕਲੇਸ਼ਾਂ ਨੂੰ ਵੀ ਕੱਟਣ ਵਾਲੇ ਹਨ। ਸੁਨਤ ਨਾਮ ਜੈ ਰਾਮ ਅਮੀ ਆਮੀ ਪਿਓ। ਇੱਧਰ ਭਾਈਆ ਜੈ ਰਾਮ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਨਾਮ ਸੁਣਿਆ ਵੀ ਆ ਗਏ ਹਨ, ਮਾਨੋ ਕਿ ਇਹਦੇ ਬਿਮਾਰੀ ਪਏ ਹੋਏ ਸਨ। ਜਿਵੇਂ ਰੋਗੀ ਪਿਆ ਹੋਵੇ ਤੇ ਉਹ ਅੰਮ੍ਰਿਤ ਪੀ ਲਵੇ ਤੇ ਉੱਠ ਕੇ ਬਹਿ ਜਾਂਦਾ ਹੈ। ਇਹ ਬਚਨ ਕਾਦੇ ਸੁਣੇ, ਮਾਨੋ ਅੰਮ੍ਰਿਤ ਹੀ ਪੀ ਲਿਆ ਹੈ ਜੈ ਰਾਮ ਰੋਗੀ ਨੇ। ਅੰਗਨਾ ਮੇ ਵਹਿ ਸ਼ੋਭ ਉਠਿਓ ਨਿਰਖਤ ਭਇਓ। ਅੰਗਾਂ ਵਿੱਚ ਤੇ ਜਿਹੜਾ ਸ਼ੋਭ ਹੈ ਸਮਾ ਨਹੀਂ ਰਿਹਾ ਹੈ, ਉਛਾਲ ਉੱਠਿਆ ਹੈ ਵੇਖਣ ਵਾਸਤੇ ਬੜੀ ਛੇਤੀ। ਗੁੰਦ ਰਦਨ ਤਿਨ ਸਦਨ ਕਦਨ ਦੁਖ ਆਏਗੇ। ਗੁਰੂ ਜੀ ਦੇ ਜਿਹੜੇ ਦੰਦ ਹਨ ਉਹਦੇ ਮਰਤਬਾਨ ਦੇ ਫੁੱਲਾਂ ਵਰਗੇ ਹਨ, ਚਿੱਟੇ, ਤੇ ਜਿਹੜਾ ਦੁੱਖਾਂ ਨੂੰ ਕੱਟਣ ਵਾਲੇ ਮਹਾਰਾਜ ਜੈ ਰਾਮ ਦੇ ਘਰ ਆ ਗਏ ਹਨ। ਹੋ ਨਿਰਖ ਹਰਖ ਔਰ ਸਰਸ ਬਿਸੂਰ ਨਸਾਏਗੇ। ਇਹ ਵੇਖ ਕੇ ਮਹਾਰਾਜ ਨੂੰ ਜੈ ਰਾਮ ਭੈਣ ਨਾਨਕੀ ਦੇ ਬੜੇ ਹਿਰਦੇ ਵਿੱਚ ਖੁਸ਼ ਹੋਏ ਹੈ। ਜਿਹੜਾ ਝੂਰ ਪੁਣਾ ਹੈ, ਦੁੱਖ ਦਲਿੱਦਰ ਦੇ ਨਸ ਗਏ ਸਾਰੇ। ਦੋਹਰਾ ਅਰਬਿੰਦ ਬਦਨਾ ਬਿਲੋਕ ਕਾ। ਇੱਧਰ ਜਿਹੜਾ ਹੈ ਕਵਲ ਵਰਗਾ ਮੁਖ ਦੇਖ ਕੇ ਦੰਪਤ ਬੰਧਨ ਕੀਨਾ। ਦੋਵੇਂ ਜੀਆਂ ਨੇ ਨਮਸਕਾਰ ਕੀਤੀ ਹੈ ਮਹਾਰਾਜ ਜੀ ਨੂੰ। ਚਿੰਤਾ ਚਿਤ ਦੇਖੀਨ ਹੋਇਆ। ਜਿਹੜੀ ਚਿੱਤ ਵਿੱਚ ਚਿੰਤਾ ਸੀ ਉਹ ਤੇ ਸਾਰੀ ਨਾਸ ਹੋ ਗਈ ਹੈ। ਆਨੰਦ ਮਹਿ ਪੇ ਪੀਨਾ। ਆਨੰਦ ਦੇ ਵਿੱਚ ਹੀ ਇਹ ਤੇ ਲੀਨ ਹੋ ਗਏ ਹੈ, ਆਨੰਦ ਦੇ ਵਿੱਚ ਹੀ ਇਹ ਤਗੜੇ ਹੋ ਗਏ ਹਨ। ਨਰਾਜ ਛੰਦ ਜਰਾਮ ਔਰ ਨਾਨਕੀ ਬਸਾਏ ਪੂਰ ਸਾਦਰਾ। ਭਾਈਆ ਜੈ ਰਾਮ ਤੇ ਵੱਡੀ ਭੈਣ ਨਾਨਕੀ ਨੇ ਗੁਰੂ ਮਹਾਰਾਜ ਜੀ ਨੂੰ ਬੜਾ ਆਦਰ ਸਨਮਾਨ ਨਾਲ ਬਿਠਾਇਆ ਹੈ। ਮਸੀਤ ਆਪ ਜਾਏ ਜਿਉ ਕਰੀ ਕਹੋ ਮੈਂ ਕਰਾ। ਇਹ ਮਹਾਰਾਜ ਜਿਵੇਂ ਮਸੀਤ ਵਿੱਚ ਜਾ ਕੇ ਆਪਣੇ ਜਿਸ ਤਰ੍ਹਾਂ ਦੀ ਗੱਲਬਾਤ ਕੀਤੀ ਜਿਵੇਂ ਉੱਥੇ ਹੋਈ ਹੈ, ਉਹ ਸਾਰੀ ਕਹੋ ਮੇਰ ਨੂੰ ਕਰਨ ਵਾਲੇ, ਦਇਆ ਨੂੰ ਕਰਨ ਵਾਲੇ ਮਹਾਰਾਜ। ਸਚਿੰਤ ਚੀਤ ਹੋਇਆ ਰਹੇ ਨਾ ਭੇਵ ਕੋਈ ਜਾਣਿਆ। ਮਹਾਰਾਜ ਤੁਹਾਡਾ ਅਸੀਂ ਭੇਦ ਕੋਈ ਨਹੀਂ ਜਾਣਿਆ, ਜਿਸ ਕਰਕੇ ਸਾਡਾ ਚੇਤਾ ਚਿੰਤਾ ਦੇ ਸਹਿਤ ਹੋ ਰਿਹਾ ਸੀ। ਤੁਮਾਨ ਨਿੰਦ ਆਨੰਦ ਪਨੈ ਸੁਨੇ ਭੁਲਾਨਿਆ। ਮਨੁੱਖ ਜਿਹੜੇ ਸੁਲਤਾਨਪੁਰ ਦੇ ਤੁਹਾਡੀ ਮੁਖੋਂ ਨਿੰਦਿਆ ਕਹਿੰਦੇ ਸੀ, ਜਿਸ ਕਰਕੇ ਮਹਾਰਾਜ ਜੈ ਰਾਮ ਜੀ ਕਹਿੰਦੇ ਵੀ ਮੈਂ ਉਹ ਸੁਣ ਕੇ ਨਿੰਦਿਆ ਤੁਹਾਡੀ ਤੇ ਮਹਾਰਾਜ ਤੁਹਾਨੂੰ ਭੁਲਾ ਹੀ ਬੈਠਾ, ਭੁਲਾ ਹੀ ਲਿਆ। ਗੁਰੂ ਬਨੰਤ ਬੀਤ ਗਈ ਜੋ ਤਾਹੇ ਕਿਆ ਵਿਚਾਰ ਹੈ। ਗੁਰੂ ਜੀ ਨੇ ਕਿਹਾ ਵੀ ਜੀਜਾ ਜੈ ਰਾਮ ਜੀ ਜੋ ਉੱਥੇ ਮਸੀਤ ਵਿੱਚ ਬੀਤ ਗਈ
ਵੀ ਉਹਦੀ ਕੀ ਹੁਣ ਆਪਾਂ ਵਿਚਾਰ ਕਹਿਣੀ ਹੈ, ਕੀ ਕਹਿਣਾ ਉਹਦਾ। ਸਮੀਪ ਜੇ ਪਮਾਨ ਥੇ ਸਨੇਹੋ ਸੋ ਉਚਾਰ ਹੈ। ਜਿਹੜੇ ਉੱਥੇ ਕੋਲ ਕੋਈ ਮਨੁੱਖ ਖੜੇ ਸੀ ਉਹਨਾਂ ਤੋਂ ਤੁਸੀਂ ਆਪੇ ਸੁਣ ਲਿਓ, ਉਹ ਤੁਹਾਨੂੰ ਉਚਾਰ ਕੇ ਕਹਿ ਦੇਣਗੇ। ਜਰਾਮ ਹਾਥ ਬੰਦ ਦੋ ਬੁਝੰਤ ਬਾਰ ਬਾਰ ਹੀ। ਇੱਧਰ ਭਾਈਆ ਜੈ ਰਾਮ ਹੱਥ ਬੰਨ ਕੇ ਦੋਵੇਂ ਤੇ ਬਾਰ-ਬਾਰ ਪੁੱਛਦਾ ਮਹਾਰਾਜ ਜੀ ਨੂੰ। ਮਸੀਤ ਮੈਂ ਬਤੀਤ ਜਿਉ ਸੁਣਾਈਏ ਉਚਾਰਹੀਂ। ਮਹਾਰਾਜ ਮਸੀਤ ਵਿੱਚ ਜਿਵੇਂ ਗੱਲ ਬੀਤੀ ਹੈ, ਜਿਵੇਂ ਹੋਈ ਹੈ, ਉਹ ਆਪ ਆਪਣੇ ਮੁੱਖੋਂ ਹੀ ਉਚਾਰ ਕੇ ਸੁਣਾਓ ਸਾਨੂੰ। ਬੁਝੇ ਆਨ ਕੋ ਹਮੈ ਬਿਨਾ ਸੁਨੇ ਕੇ ਭਾਖਹੀਂ। ਮਹਾਰਾਜ ਜੇ ਕੋਈ ਸਾਨੂੰ ਆ ਕੇ ਪੁੱਛੇਗਾ ਹੋਰ ਤੇ ਆ ਤੁਹਾਡੇ ਤੋਂ ਸੁਣਿਆ ਨਹੀਂ ਹੋਊਗਾ ਤੇ ਬਿਨਾਂ ਸੁਣੇ ਤੋਂ ਕੀ ਕਵਾਂਗੇ ਕਿਸੇ ਨੂੰ। ਤੁਮਾਰ ਤੁੰਡ ਜੋ ਸੁਨਾ ਸੋ ਸਾਚ ਬਾਛਲਾ ਕਹੀਂ। ਜੋ ਤੁਹਾਡੇ ਮੁਖ ਤੋਂ ਸੁਣਾਂਗੇ ਮਹਾਰਾਜ ਸੱਚੇ ਤੇ ਪਿਆਰੇ ਬਚਨ ਜਾਣਾਂਗੇ ਲੱਗਣਗੇ ਸਾਨੂੰ। ਭਾਈ ਜੋ ਆਦ ਅੰਤ ਲੋ ਬਖਾਨ ਆਪ ਕੀਜੀਏ। ਜਿਸ ਤਰ੍ਹਾਂ ਮਸੀਤ ਵਿੱਚ ਮੁੱਢ ਤੋਂ ਲੈ ਕੇ ਅੰਤ ਤੱਕ ਗੱਲਬਾਤ ਹੋਈ ਹੈ ਆਪ ਕਹਿਣਾ ਕਰੀਏ। ਸਭਾ ਸੁਨਾਏ ਬਾਤ ਕੋ ਆਨੰਦ ਮੋਹਿ ਦੀਜੀਏ। ਸਾਰੀ ਗੱਲਬਾਤ ਉਹ ਸੁਣਾ ਕੇ ਮਹਾਰਾਜ ਮੈਨੂੰ ਆਨੰਦ ਦਈਏ ਹਿਰਦੇ ਵਿੱਚ। ਅੜੇਲਾ ਦੇਖ ਦੀਨਤਾ ਦਿਆਲ ਬਦਨ ਸਭ ਬਿਦ ਕਹੀ। ਮਹਾਰਾਜ ਭਾਈਆ ਜੈ ਰਾਮ ਜੀ ਦੀ ਗਰੀਬੀ ਨਿਮਰਤਾ ਦੀਨਤਾ ਦੇਖ ਕੇ ਫਿਰ ਸਭ ਤਰ੍ਹਾਂ ਨਾਲ ਮੁੱਖੋਂ ਬਚਨ ਕਰਕੇ ਗੱਲ ਕਹੀ। ਜਿਉ ਹੋਇਓ ਬਿਰਤਾਂਤ ਖਾਨ ਕਾਜ਼ੀ ਸਹੀ। ਜਿਸ ਤਰ੍ਹਾਂ ਉਹ ਕਾਜੀ ਨਾਲ ਤੇ ਨਵਾਬ ਦੌਲਤ ਨਾਲ ਉਹ ਬਿਰਤਾਂਤ ਹੋਇਆ ਮਸੀਤ ਵਿੱਚ, ਸਹੀ ਨਿਸ਼ਚਿਤ ਠੀਕ ਠੀਕ ਗੱਲ ਕਹੀ ਹੈ ਸਾਰੀ। ਮਨ ਮੁਖ ਮੂਡ ਅਜਾਨ ਨਾ ਮਨ ਥਿਰ ਕਰਤ ਹੈ। ਮਹਾਰਾਜ ਕਹਿੰਦੇ ਵੀ ਜੈ ਰਾਮ ਮੂਰਖ ਜਿਹੜਾ ਮਨੁੱਖ ਹੈ ਨਾ, ਮਨਮੁਖ ਲੋਕ ਬੇਸਮਝ ਹੈ ਤੇ ਅਜਾਣ ਲੋਕ ਆਪਣਾ ਜਿਹੜਾ ਹੈ ਮਨ ਤੇ ਟਿਕਾਉਣਾ ਨਹੀਂ ਕਰਦੇ, ਸਥਰ ਨਹੀਂ ਕਰਦੇ। ਹੋ ਬਾਹਰ ਵੇਖ ਸਰੀਰ ਬੰਦਗੀ ਧਰਤ ਹੈ। ਬਾਹਰ ਹੀ ਆ ਸਰੀਰ ਤੇ ਭੇਖ ਲਿਬਾਸ ਧਾਰ ਕੇ ਵੀ ਅਸੀਂ ਪਾਠ ਕਰਦੇ ਹਾਂ, ਅਸੀਂ ਨਮਾਜ਼ ਪੜ੍ਹਦੇ ਹਾਂ ਤੇ ਬੰਦਗੀ ਜੀ ਨੂੰ ਜਿਹੜਾ ਧਾਰਦੇ ਆ, ਦਿਖਾਉਂਦੇ ਦਿਖਾਵਾ ਕਰਦੇ ਹਨ। ਗਰਬ ਕਰਹਿ ਨਿਜ ਹਿਰਦੇ ਖੁਦਾਏ ਕੇ ਯਾਦ ਹੈ। ਹਿਰਦੇ ਵਿੱਚ ਬੜਾ ਆਪਣੇ ਉਹ ਹੰਕਾਰ ਕਰਦੇ ਵੀ ਅਸੀਂ ਤੇ ਖੁਦਾ ਦੀ ਯਾਦ ਵਿੱਚ ਹਾਂ, ਖੁਦਾ ਨੂੰ ਹੀ ਯਾਦ ਕਰਦੇ ਹਾਂ, ਮਨ ਦੀ ਕੋਈ ਸਥਰਤਾ ਨਹੀਂ ਹੈ। ਸੁਸ਼ੇ ਪ੍ਰੇਮ ਬਹੀਨਾ ਵੇਖ ਸਭ ਬਾਤ ਹੈ। ਆ ਸਾਰੇ ਇਹ ਪ੍ਰੇਮ ਤੋਂ ਬਿਨਾਂ ਤੇ ਸ਼ੂਸ਼ੇ ਖਾਲੀ ਹੈ। ਬਸ ਜੈ ਰਾਮ ਭੇਖ ਜਿਹੜਾ ਨਾ ਸਰੀਰ ਤੇ ਵਿਅਰਥ ਹੀ ਪਾਇਆ ਹੋਇਆ ਹੈ। ਵਿਸ਼ੈ ਮੋਹ ਮਹਿ ਫਸੇ ਸਦਾ ਮਨ ਤਹ ਬਸੇ। ਇਹ ਜਿਹੜਾ ਮਨ ਹੈ ਤੇ ਵਿਸ਼ਿਆਂ ਦੇ ਮੋਹ ਵਿੱਚ ਫਸਿਆ ਹੋਇਆ ਤੇ ਮਨ ਸਦਾ ਹੀ ਉਹ ਵਿਸ਼ੇ ਭਾਲਦਾ ਹੈ ਰਾਤ ਦਿਨ। ਹੋ ਉਜਰੇ ਉਰਜੇ ਸਵਾਦਨ ਬਾਦ ਪ੍ਰਭੂ ਰਸ ਕਿਉ ਰਸੈ। ਜੈ ਰਾਮ ਜਿਹੜੇ ਲੋਕ ਆ ਵਿਅਰਥੀ ਸਵਾਦਾਂ ਵਿੱਚ ਉਰਝੇ ਹੋਏ ਫਸੇ ਹੋਏ ਹੈ ਤੇ ਭਲਾ ਵੀ ਉਹ ਪ੍ਰਭੂ ਦੇ ਰਸ ਵਿੱਚ ਕਿਵੇਂ ਲੀਨ ਹੋਣ, ਕਿਵੇਂ ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਰਸ ਆਵੇ। ਜਹ ਤਹ ਮਨ ਤਿਨ ਹਤੋ ਬਤਾਇਓ ਸਭ ਸਹੀ। ਅੱਜ ਜਿੱਥੇ ਵੀ ਆ ਕਾਜੀ ਦਾ ਤੇ ਨਵਾਬ ਦਾ ਮਨ ਹੈ ਸੀ, ਉਹ ਬਿਲਕੁਲ ਸਾਰਾ ਦੇ ਸਾਰਾ ਸਹੀ ਦੱਸਿਆ ਸਾਨੇ ਮਸੀਤ ਵਿੱਚ। ਕਰਤ ਜਗਤ ਕੋ ਧੰਦ ਸਥਰ ਇੱਕ ਛਿਨ ਨਹੀਂ। ਐਵੇਂ ਭੇਖ ਧਾਰ ਕੇ ਜਿਹੜੇ ਲੋਕ ਹੈ ਮਨੁੱਖ ਹੈ ਉਹ ਜਗਤ ਵਿੱਚ ਧੰਦੇ ਕਰੀ ਜਾਂਦੇ ਰਾਤ ਦਿਨ, ਮਨ ਤੇ ਕਿਤੇ ਛਿਨ ਮਾਤਰ ਵੀ ਆ ਸਥਰ ਨਹੀਂ ਟਿਕਿਆ ਹੋਇਆ ਨਹੀਂ ਹੈ ਕਿਸੇ ਦਾ। ਸੋਨ ਕਰਨ ਮਿਉ ਨਰੇਸ਼ ਸੋ ਨਿਸ਼ਚਾ ਪਾਏਗਾ। ਸੁਣ ਜਦੋਂ ਅਸੀਂ ਕਿਹਾ ਵੀ ਜਗਤ ਦੇ ਲੋਕ ਤੇ ਨਵਾਬ ਕਾਜੀ ਵੀ ਤੁਸੀਂ ਜਗਤ ਦੇ ਧੰਦੇ ਦੇ ਕਰੀ ਜਾਂਦੇ ਹੋ, ਮਨ ਤੁਹਾਡਾ ਛਿਨ ਮਾਤਰ ਨਹੀਂ ਸਹੀ ਰੂਪ ਵਿੱਚ ਟਿਕਿਆ ਹੈ। ਸੁਣ ਕਰਕੇ ਉਸ ਵਕਤ ਜਿਹੜਾ ਨਰੇਸ਼ ਨਵਾਬ ਸੀ ਉਹ ਨੀਵਾਂ ਹੋਇਆ ਹੈ, ਉਹਨੂੰ ਨਿਸ਼ਚਾ ਯਕੀਨ ਪਾ ਕੇ ਨਿਵਿਆ ਮੱਥਾ ਟੇਕਿਆ। ਫਿਰ ਉਹਨੇ ਹੋ ਬਖਸ਼ੋ ਭੂਲ ਜੋ ਭਨਿਓ ਦਇਆ ਮਨ ਲਾਇਕਾ। ਫਿਰ ਉਹ ਕਹਿਣ ਲੱਗਾ ਨਵਾਬ ਵੀ ਮਹਾਰਾਜ ਮੇਰੀ ਭੁੱਲ ਨੂੰ ਬਖਸ਼ੋ, ਜੋ ਮੈਂ ਕਿਹਾ ਹੈ ਆਪ ਜੀ ਨੂੰ ਪਹਿਲਾਂ ਕਹਿੰਦਾ ਰਿਹਾ ਹਾਂ, ਬੋਲ ਕਬੋਲ ਬੋਲੇ ਹੈ
ਤੇ ਦਇਆ ਮਨ ਲਿਆ ਕੇ ਦਇਆ ਮਨ ਵਿੱਚ ਮਹਾਰਾਜ ਮੈਨੂੰ ਮੇਰੀ ਭੁੱਲ ਬਖਸ਼ੋ। ਬਹਰ ਦਰਬ ਕੀ ਬਾਤ ਨਿਬਾਬ ਬਖਾਨਿਆ। ਤੇ ਮੁੜ ਜਿਹੜਾ ਪੈਸੇ ਦੀ ਗੱਲਬਾਤ 760 ਰੁਪਈਆਂ ਦੀ ਗੱਲ ਸੀ, ਉਹ ਨਵਾਬ ਨੇ ਉਹਦੇ ਸੰਬੰਧ ਵਿੱਚ ਮੈਨੂੰ ਗੱਲ ਨੂੰ ਕਿਹਾ। ਅਰਧ ਦੇਨ ਸ੍ਰੀ ਚੰਦ ਅਰਧ ਹਿਤ ਦਾਨਿਆ। ਉਹ ਕਹਿ ਕਿ ਉਸਨੇ ਨਵਾਬ ਨੇ ਬਖਾਨਿਆ ਕਿਹਾ ਵੀ ਮਹਾਰਾਜ ਜਿਹੜੇ ਅੱਧੇ ਪੈਸੇ ਹੈ ਉਹ ਤੇ ਸ਼੍ਰੀ ਚੰਦ ਦੇ ਜਿਹੜੇ ਮਾਤਾ ਤੁਹਾਡੇ ਮਹਿਲ ਸੁਲੱਖਣੀ ਜੀ ਨੂੰ ਦੇ ਦਿਆਂਗਾ, ਅੱਧਾ ਜਿਹੜੇ ਪੈਸੇ ਹੈ ਉਹ ਮੈਂ ਦਾਨ ਪੁੰਨ ਕਰ ਦਿਆਂਗਾ, ਫਕੀਰਾਂ ਨੂੰ ਭੋਜਨ ਪ੍ਰਸ਼ਾਦਾ ਛਕਾ ਦਿਆਂਗਾ। ਕਹਿ ਕਰ ਗਮਨਿਓ ਸਦਨਾ ਬੰਦਨਾ ਠਾਨ ਸੋ। ਫਿਰ ਉਹ ਸਾਨੂੰ ਮੱਥਾ ਟੇਕ ਕਰਕੇ ਤੇ ਆਪਣੇ ਘਰ ਵੱਲ ਨੂੰ ਕਹਿ ਕਰਕੇ ਇਸ ਤਰ੍ਹਾਂ ਚਲਾ ਗਿਆ। ਹੋ ਹਮ ਆਏ ਤੁਮ ਨਿਕਟ ਭਈ ਇਵ ਜਾਨ ਸੋ। ਐਵੇਂ ਜੈ ਰਾਮ ਜੀ ਫਿਰ ਅਸੀਂ ਤੁਹਾਡੇ ਕੋਲ ਆ ਗਏ ਹਾਂ। ਇਹ ਜਿਹੜੀ ਗੱਲਬਾਤ ਉੱਥੇ ਐਵੇਂ ਹੋਈ ਉਹ ਜਾਣ। ਜੀਜਾ ਜੀਆਂ ਕਰੀ ਭਲੀ ਕੈਦੋਂ ਬੁਰੀ। ਮਹਾਰਾਜ ਕਹੇ ਵੀ ਜੀਜਾ ਜੈ ਰਾਮ ਜੀ ਐਵੇਂ ਉੱਥੇ ਗੱਲਬਾਤ ਕੀਤੀ ਹੈ, ਦੱਸੋ ਵੀ ਚੰਗੀ ਕੀਤੀ ਹੈ ਜਾਂ ਬੁਰੀ ਕੀਤੀ ਹੈ। ਚਤਰ ਬਰਨ ਕੀ ਪੀਰ ਹੁਤੀ ਤਹ ਬਹੁ ਜੁਰੀ। ਉੱਥੇ 4 ਵਰਨਾ ਖੱਤਰੀ ਬ੍ਰਾਹਮਣ ਸੂਦ ਵੈਸ ਉਹਨਾਂ ਦੀ ਭੀੜ ਸੀ, ਬਹੁਤ ਲੋਕਾਂ ਦਾ ਇਕੱਠ ਜੁੜਿਆ ਹੋਇਆ ਸੀ। ਸਭਨ ਸੁਨੇ ਇਹ ਵਾਕ ਹਸੀ ਅਤਸ਼ਾ ਭਈ। ਜਦੋਂ ਮਹਾਰਾਜ ਨੇ ਬਚਨ ਕਿਹਾ ਵੀ ਜੀਜਾ ਜੀ ਇਹ ਚੰਗੀ ਕੀਤੀ ਕਿ ਮਾੜੀ ਕੀਤੀ ਹੈ, ਸਾਰੇ ਪਰਿਵਾਰ ਨੇ ਬਚਨ ਸੁਣੇ ਮਹਾਰਾਜ ਜੀ ਤੇ ਬਹੁਤ ਸਭ ਨੂੰ ਖੁਸ਼ੀ ਹੋਈ, ਹੱਸੇ ਹੈ ਸਾਰੇ। ਹੋ ਸੁਨ ਇਵ ਸ਼ਰਵਨ ਜਰਾਮ ਚਿੰਤ ਚਿਤ ਦੁਰ ਗਈ। ਐਵੇਂ ਸੁਣ ਕਰਕੇ ਕੰਨਾਂ ਵਿੱਚ ਜੈ ਰਾਮ ਜੀ ਨੇ ਬਚਨ ਮਹਾਰਾਜ ਜੀ ਦੇ ਜਿਹੜੇ ਚਿੱਤ ਵਿੱਚ ਚਿੰਤਾ ਸੀ ਉਹ ਛੁਪ ਗਈ, ਦੂਰ ਹੋ ਗਈ। ਨਰਾਜ ਛੰਦ ਜਰਾਮ ਜੋਰ ਹੱਥ ਬੈਨਾ ਆਨੰਦ ਬਖਾਨ ਹੈ। ਫਿਰ ਭਾਈਆ ਜੈ ਰਾਮ ਜੀ ਨੇ ਦੋਵੇਂ ਹੱਥ ਜੋੜ ਕੇ ਤੇ ਮੁਖੋਂ ਬਚਨ ਕਿਹਾ ਹੈ ਮਹਾਰਾਜ ਜੀ ਨੂੰ। ਭਲੀ ਸਦੀਵ ਆਪ ਕ੍ਰਿਤ ਕੋ ਬੁਰੀ ਸੋ ਮਾਨ ਹੈ। ਮਹਾਰਾਜ ਜਿਹੜੀ ਤੁਹਾਡੀ ਕੀਤੀ ਹੋਈ ਕਿਰਤ ਹੈ, ਤੁਹਾਡਾ ਕੀਤਾ ਹੋਇਆ ਕੰਮ ਮਹਾਰਾਜ ਸਦਾ ਚੰਗਾ ਹੀ ਹੁੰਦਾ। ਕੌਣ ਹੈ ਮਨੁੱਖ ਜਿਹੜਾ ਉਹਨੂੰ ਬੁਰਾ ਮੰਨੇ, ਇਹ ਕਵੇ ਵੀ ਉਹ ਗੱਲ ਸਹੀ ਨਹੀਂ ਹੋਈ। ਆਪ ਜੀ ਦਾ ਕੀਤਾ ਹੋਇਆ ਕੰਮ ਦੇ ਸਦਾ ਹੀ ਚੰਗਾ ਹੀ ਹੁੰਦਾ ਮਹਾਰਾਜ। ਮਯੰਕਾ ਮਾਰ ਤੰਡ ਜਿਉ ਪਮਾਨੰ ਆਨੰਦ ਦਾ। ਜਿਸ ਤਰ੍ਹਾਂ ਮਯੰਕ ਚੰਦਰਮਾ ਤੇ ਸੂਰਜ ਜਿਵੇਂ ਮਨੁੱਖਾਂ ਨੂੰ ਆਨੰਦ ਦੇਣ ਵਾਲੇ ਹੈ, ਚੰਦਰਮਾ ਵੀ ਆਨੰਦ ਦੇਣ ਵਾਲਾ, ਠੰਡ ਦੇਣ ਵਾਲਾ ਹੈ, ਸੂਰਜ ਗਰਮੀ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ ਹੈ। ਧਰਾਵ ਧਰ ਆਪ ਦਾਸ ਮੋਖ ਦਾਨ ਦਾਸ ਦਾ। ਧਰਾ ਅਵਤਾਰ ਇਸੇ ਤਰ੍ਹਾਂ ਮਹਾਰਾਜ ਆਪ ਜੀ ਨੇ ਆਪਣੇ ਦਾਸਾਂ ਨੂੰ ਮੁਕਤੀ ਦਾ ਦਾਨ ਦੇਣ ਵਾਸਤੇ ਅਵਤਾਰ ਧਾਰਨ ਕੀਤਾ ਹੈ। ਦੋਹਰਾ ਭਨਤ ਨਾਨਕੀ ਬੈਨ ਪੋਨਾ। ਫਿਰ ਸੁਣ ਕੇ ਭੈਣ ਨਾਨਕੀ ਜੀ ਨੇ ਬਚਨ ਕਿਹਾ ਹੈ। ਆਏ ਕੇ ਨਾ ਪ੍ਰਤੀਤ। ਮਾਲਕ ਮੇਰੇ ਪਤੀ ਜੀ ਤੁਹਾਨੂੰ ਆ ਹੁਣ ਵੀ ਮਹਾਰਾਜ ਮੇਰੇ ਭਰਾ ਤੇ ਭਰੋਸਾ ਆਇਆ ਕਿ ਜਾਂ ਹਜੇ ਵੀ ਨਹੀਂ ਆਇਆ। ਆਪ ਲੋ ਕਿਦੋਂ ਸੰਦੇਹ ਔਰ। ਹੁਣ ਜਿਹੜਾ ਨਾ ਆਪਣੇ ਹਿਰਦੇ ਵਿੱਚ ਕੋਈ ਤੁਹਾਡੇ ਸੰਸਾ ਹੈ ਵੀ ਤੁਹਾਨੂੰ ਭਰੋਸਾ ਆਇਆ ਕਿ ਜਾਂ ਨਹੀਂ ਆਇਆ, ਕਿ ਹਜੇ ਤੱਕ ਤੁਹਾਡੇ ਹਿਰਦੇ ਵਿੱਚ ਸੰਸਾ ਹੈ। ਕਰਹੋ ਨਾ ਅਸਥਿਰ ਚੀਤ। ਵੀ ਹੁਣ ਵੀ ਤੁਸੀਂ ਆਪਣਾ ਚਿੱਤ ਟਿਕਾਉਣਾ ਕਰਦੇ ਕਿ ਨਹੀਂ ਕਰਦੇ। ਉਠੋ ਰਸੋਈ ਜੇ ਵਈਏ ਉਠੋ ਰਸੋਈ ਜੇ ਮੀਏ। ਕਿਆ ਹੈ ਪਤੀ ਜੀ ਭਰਾ ਗੁਰੂ ਨਾਨਕ ਸਾਹਿਬ ਜੀ, ਉਠੋ ਤੇ ਆ ਰਸੋਈ ਤਿਆਰ ਹੈ, ਭੋਜਨ ਤੇ ਉਹਨੂੰ ਛਕੀਏ। ਪਰਮ ਨਾ ਭੂਲ ਕਰੇ ਹੋ। ਮੇਰੇ ਪਤੀ ਮਾਲਕ ਜੀ ਆ ਹੁਣ ਜਿਹੜਾ ਭਰਮ ਹੈ ਨਾ ਹਿਰਦੇ ਵਿੱਚ ਬਿਲਕੁਲ ਨਾ ਭੁੱਲ ਕੇ ਵੀ ਕਰੋ। ਕਿਰਪਾ ਸਿੰਧ ਨਾਨਕ ਨਿਕਟ। ਕਿਰਪਾ ਦੇ ਸਮੁੰਦਰ ਗੁਰੂ ਨਾਨਕ ਦੇਵ ਮਹਾਰਾਜ ਜੋ ਕੋਲ ਹੀ ਸਨ। ਚਿਤ ਚਿੰਤਾ ਤਜ ਦੇਹੋ। ਭੈਣ ਨਾਨਕੀ ਜੀ ਨੇ ਕਿਹਾ ਹੈ ਕਿ ਪਤੀ ਜੀ ਭੁੱਲ ਕੇ ਹੁਣ ਸੰਸਾ ਨਾ ਕਰੀਏ, ਚਿੰਤਾ ਛੱਡ ਦਿਓ, ਕਿਉਂਕਿ ਕਿਰਪਾ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ ਸਾਡੇ ਕੋਲ ਹੀ ਹੈ। ਫਿਰ ਚਿੱਤ ਵਿੱਚ ਜਿਹੜੀ ਚਿੰਤਾ ਉਹ ਤੁਸੀਂ ਛੱਡ ਦਿਓ। ਅੜੇਲ ਸ੍ਰੀ ਨਾਨਕ ਜੀ ਧੰਨ ਅਮਰ ਗਨ ਮਨ ਹੈ। ਗੁਰੂ ਅਮਰਦਾਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਹਨ ਤੇ ਅਮਰ ਗਣ ਮਨ ਹੈ। ਜਿਹੜੇ ਸਮੂਹ ਦੇਵਤੇ ਹੈ ਉਹ ਵੀ ਮਹਾਰਾਜ ਆਪ ਜੀ ਨੂੰ ਮੰਨਦੇ ਹਨ।
ਇਹ ਭਾਈਆ ਜੈ ਰਾਮ ਨੇ ਬਚਨ ਕਹੇ ਹੈ। ਤੂੰ ਭਗਨੀ ਤਿਨ ਕੇਰ ਅਧਿਕ ਮਤ ਧਨ ਹੈ। ਕਿਹਾ ਹੈ ਭਾਈਆ ਜੈ ਰਾਮ ਜੀ ਨੇ ਵੀ ਸ੍ਰੀ ਨਾਨਕ ਜੀ ਧੰਨ, ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਤੇ ਧੰਨ ਹੋ। ਜਿਹੜੇ ਸਮੂਹ ਦੇਵਤੇ ਉਹ ਵੀ ਤੁਹਾਨੂੰ ਮੰਨਦੇ ਐ ਵੀ ਨਾਨਕੀ ਮੇਰੀ ਪਤਨੀ, ਤੂੰ ਇਹਨਾਂ ਦੀ ਭੈਣ ਹੈ ਤੇ ਤੇਰੀ ਵੀ ਮਤ ਅਗਲ ਬਹੁਤ ਮਹਾਨ ਹੈ, ਇਸ ਕਰਕੇ ਤੂੰ ਵੀ ਧੰਨ ਹੈ। ਹਉ ਭੀ ਕਛੂ ਅਕ ਧਨ ਆਪਨ ਉਰ ਮਹਿ ਲਖੋ। ਹਉ ਵੀ ਕਛੂ ਅਕ ਧਨ, ਮੈਂ ਵੀ ਕੁਝ ਕੁ ਆਪਣੇ ਆਪ ਨੂੰ ਧਨ ਮੰਨਦਾ, ਆਪਣ ਔਰ ਮੈਂ ਲਖੇ ਆਪਣੇ ਹਿਰਦੇ ਵਿੱਚ ਆਪਣੇ ਆਪ ਨੂੰ ਧਨ ਜਾਣਦਾ ਤੁਹਾਡੇ ਕਰਕੇ। ਜੋ ਜਗ ਪ੍ਰਸੰਗ ਮਾਮਾ ਤੋਰ ਭਇਓ ਅਸ ਬਿਦ ਬਿਖੋ। ਇਸ ਤਰ੍ਹਾਂ ਵੇਖ ਕਰਕੇ ਵੀ ਆ ਜਿਹੜਾ ਪ੍ਰਸੰਗ ਹੋਇਆ ਤੇਰਾ ਮੇਰਾ ਜਗਤ ਵਿੱਚ, ਵੀ ਮੇਰਾ ਤੇ ਤੇਰਾ ਨਾਨਕੀ ਆ ਜਿਹੜਾ ਸੰਬੰਧ ਹੋਇਆ ਹੈ, ਤੇ ਸੰਬੰਧ ਹੋਣੇ ਕਰਕੇ ਆਉਣ ਵਾਲੇ ਸਮੇਂ ਵਿੱਚ ਲੋਕ ਕਹਿਣਗੇ, ਜਗਤ ਵਿੱਚ ਕਿਹਾ ਜਾਵੇਗਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੀ ਭੈਣ ਇਹ ਜੈ ਰਾਮ ਦੀ ਸਪਤਨੀ ਸਨ, ਮਹਿਲ ਸਨ, ਤੇ ਗੁਰੂ ਨਾਨਕ ਸਾਹਿਬ ਜੀ ਇਹਨਾਂ ਕੋਲ ਸੁਲਤਾਨਪੁਰ ਰਹੇ, ਇੱਥੇ ਕਿਰਤ ਕਮਾਈ ਕਰਦੇ ਰਹੇ ਹੈ। ਇਵੇਂ ਨਵਾਬ ਨਾਲ ਵੀ ਜਿਹੜੀ ਵਾਰਤਾਲਾਪ ਹੋਈ, ਨਵਾਬ ਸਿੱਖ ਬਣ ਗਿਆ ਸੀ, ਬੜਾ ਵੱਡਾ ਕੌਤਕ ਹੋਇਆ ਸੀ। ਇਸ ਤਰ੍ਹਾਂ ਜਾਣ ਕੇ ਮੇਰਾ ਤੇਰਾ ਜਿਹੜਾ ਸੰਬੰਧ ਹੋਇਆ ਤੇ ਮੇਰੀ ਵੀ ਮਹਿਮਾ ਰਹੇਗੀ ਆਉਣ ਵਾਲੇ ਸਮੇਂ ਵਿੱਚ। ਦੋਹਰਾ ਸ੍ਰੀ ਬਾਲਾ ਸੰਧੂ ਭਨਤ, ਭਾਈ ਬਾਲਾ ਜੋ ਸੰਧੂ ਗੋਦੇ ਕਹਿੰਦੇ ਹਨ। ਸ੍ਰੀ ਅੰਗਦ ਸੁਖ ਰਾਸ, ਇਹ ਗੁਰੂ ਅੰਗਦ ਦੇ ਮਹਾਰਾਜ ਸੁੱਖਾਂ ਦੀ ਰਾਸ। ਆਗਾ ਅਮੀ ਪਟੰਤਰੰ, ਮਹਾਰਾਜ ਜੋ ਅੰਮ੍ਰਿਤ ਦੇ ਸਦਰਸ਼ ਹੈ ਗੁਰੂ ਦੀ ਕਥਾ। ਔਰ ਸੁਨੋ ਇਤਿਹਾਸ, ਅੱਗੋਂ ਵੀ ਮਹਾਰਾਜ ਉਹ ਇਤਿਹਾਸ ਸੁਣੋ ਜੀ। ਅੜੇਲ ਬਾਰ ਬਾਰ ਕਹਿ ਬਹਰ ਸੰਗ ਨਾਨਕ ਲਿਏ। ਬਾਰ ਬਾਰ ਕਹਿ ਕੇ ਭਾਈਆ ਜੈ ਰਾਮ ਜੀ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਨਾਲ ਲੈ ਲਿਆ ਹੈ। ਉੱਠੇ ਅਚਨ ਬਰ ਅਸਨ ਜਰਮ ਹੈ ਸੁਖ ਭਏ। ਇਹ ਵੀ ਭੋਜਨ ਛਕਣ ਵਾਸਤੇ ਉੱਠੇ ਹੈ ਤੇ ਭਾਈਆ ਜੈ ਰਾਮ ਜੀ ਨੂੰ ਬੜਾ ਸੁਖ ਹੋ ਰਿਹਾ ਹੈ। ਮੁਝ ਕੋ ਲੀਨੋ ਸੰਗ ਸੋ ਭੋਜਨ ਖਾਨ ਕੇ। ਗੁਰੂ ਅੰਗਦ ਦੇਵ ਮਹਾਰਾਜ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਵੀ ਨਾਲ ਲੈ ਲਿਆ ਭੋਜਨ ਛਕਣ ਵਾਸਤੇ। ਹੋ ਗਏ ਰਸੋਈ ਥਾਨ ਮੁਦਿਤ ਮਨ ਮਾਨ ਕੇ। ਮਨ ਵਿੱਚ ਬੜੀ ਖੁਸ਼ੀ ਪ੍ਰਸੰਨਤਾ ਮੰਨ ਕੇ ਤੇ ਗੁਰੂ ਜੀ ਅਸੀਂ ਰਸੋਈ ਵਾਲੇ ਭੋਜਨ ਛਕਣ ਵਾਲੇ ਥਾਂ ਤੇ ਗਏ। ਉਦਨ ਸਰਪੀ ਸਿਤਾ ਪਹਿਤ ਅਤ ਸਾਧਿਆ। ਆ ਚੌਲ ਬਣਾਏ ਬੜੇ ਸੋਹਣੇ ਤੇ ਵਿੱਚ ਜਿਹੜਾ ਘਿਓ ਪਾਇਆ, ਖੰਡ ਪਾਈ ਹੈ ਭੈਣ ਨਾਨਕੀ ਜੀ ਨੇ, ਤੇ ਉਹ ਨਾਲ ਦਾਲ ਬਣਾਈ ਹੈ ਬਹੁਤ ਸਵਾਦ। ਰੋਚ ਅਨਰੂਪੰ ਖਾਏ ਉੱਠੇ ਸਹਲਾਦਿਆ। ਜਿੰਨੀ ਮਹਾਰਾਜ ਜੀ ਦੀ ਰੁਚੀ ਸੀ ਉਹਦੇ ਨਾਲ ਗੁਰੂ ਮਹਾਰਾਜ ਨੇ ਛਕਿਆ ਭੋਜਨ ਤੇ ਬੜੇ ਖੁਸ਼ੀ ਦੇ ਨਾਲ ਉੱਠੇ ਆ ਗੁਰੂ ਜੀ। ਪੁੰਨ ਪਰ ਅੰਕ ਡਸਾਏ ਪੋਡੀਏ ਪਰਮ ਸੁਖ। ਫਿਰ ਜਿਹੜਾ ਸੋਹਣਾ ਪਲੰਗ ਡਾਇਆ ਤੇ ਗੁਰੂ ਨਾਨਕ ਸਾਹਿਬ ਜੀ ਮਹਾਨ ਸੁਖ ਵੱਡੇ ਸੁਖ ਨਾਲ ਹੀ ਬਿਰਾਜੇ ਹਨ। ਹੋ ਜਿਸ ਦਰਸ਼ਨ ਤੇ ਬ੍ਰਿੰਦ ਸਭੈ ਟਰ ਜਾਹੇ ਦੁਖ। ਗੁਰੂ ਅੰਗਦ ਦੇਵ ਮਹਾਰਾਜ ਜਿਸ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਨਾਲ ਜਿਹੜੇ ਸਮੂਹ ਪਾਪ ਹੈ ਦੁੱਖ ਟਲ ਜਾਂਦੇ ਹੈ। ਦੋਹਰਾ ਪਤਿਤ ਸੁਣਤ ਇਤਿਹਾਸ ਹੈ। ਜਿਹੜਾ ਕੋਈ ਪਾਪੀ ਹੈ ਵਿਗੜਿਆ ਤਿਗੜਿਆ ਤੇ ਬੜਾ ਘੋਰ ਪਾਪੀ ਹੈ ਜਿਹੜਾ ਇਸ ਇਤਿਹਾਸ ਨੂੰ ਸੁਣੇਗਾ ਭਾਈ। ਸ੍ਰੀ ਗੁਰ ਸ਼ਰਧਾ ਦਾਨ। ਗੁਰੂ ਨਾਨਕ ਦੇਵ ਮਹਾਰਾਜ ਉਹਦੇ ਹਿਰਦੇ ਵਿੱਚ ਸ਼ਰਧਾ ਦੇਣਗੇ। ਸ਼ਰਧਾ ਨੂੰ ਦੇਣ ਵਾਲਾ ਪ੍ਰਸੰਗ ਹੈ ਪਿਆਰਿਓ। ਆਗ ਓਗਨ ਮਲ ਹਰਨ ਕੋ। ਜਿਹੜੇ ਸਮੂਹ ਪਾਪ ਹੈ ਤੇ ਸਮੂਹ ਪਾਪਾਂ ਦੀ ਮੈਲ ਨੂੰ ਨਾਸ ਕਰਨ ਵਾਸਤੇ ਜਲ ਸਮ ਹੈ ਸੁਖ ਐਨ। ਜੋ ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਕਥਾ ਦਾ ਪ੍ਰਸੰਗ ਵੀ ਇਹ ਸੁੱਖਾਂ ਦਾ ਘਰ ਜਲ ਦੇ ਸਮਾਨ ਹੈ। ਸਮੂਹ ਜਿਹੜੇ ਪਾਪ ਉਹਨਾਂ ਨੂੰ ਨਾਸ ਕਰਨ ਵਾਲਾ ਹੈ। ਜਿਹੜਾ ਕੋਈ ਪਤਿਤ ਹੋਇਆ ਗੁਰੂ ਤੋਂ ਟੁੱਟਿਆ ਹੋਇਆ ਪਾਪੀ ਪੁਰਸ਼ ਵੀ ਇਸ ਇਤਿਹਾਸ ਨੂੰ ਸੁਣੇਗਾ ਸ਼ਰਧਾ ਦੇ ਕੇ। ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ ਵਿੱਚ ਸ਼ਰਧਾ ਦੇਣਗੇ, ਉਹਨੂੰ ਆਪਣਾ ਸਿੱਖ ਬਣਾ ਲੈਣਗੇ। ਸਮੂਹ ਪਾਪ ਉਹਦੇ ਨਾਸ ਹੋ ਜਾਣਗੇ, ਕਿਉਂਕਿ ਕਥਾ ਜਿਹੜੀ ਹੈ ਉਹ ਭਾਈ ਸੁੱਖਾਂ ਦੇ ਘਰ ਹੈ ਤੇ ਜਲ ਦੇ ਸਮਾਨ ਹੈ।
ਜਿਵੇਂ ਜਲ ਨਾਲ ਮੈਲ ਲੱਥ ਜਾਂਦੀ ਹੈ, ਇਸੇ ਤਰ੍ਹਾਂ ਇਹ ਕਥਾ ਰੂਪੀ ਜਲ ਦੇ ਨਾਲ ਪਾਪਾਂ ਦੀ ਮੈਲ ਲੱਥ ਜਾਂਦੀ ਹੈ। ਐਸਾ ਗੁਰੂ ਜੀ ਦਾ ਮਹਾਨ ਪ੍ਰਸੰਗ ਹੈ। ਇੱਥੇ ਪ੍ਰਸੰਗ ਦੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਰ ਦੇ ਵਸੀਤ ਪ੍ਰਸੰਗ ਵਰਣਨ ਨਾਮ 32ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ 32ਵਾਂ ਅਧਿਆਏ ਪਰ ਸਮਾਪਤ ਹੋਇਆ, ਜਿਹਦੇ ਵਿੱਚ ਮਸੀਤ ਜਾਣ ਦਾ ਪ੍ਰਸੰਗ ਆਇਆ ਸੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਪਤਿਤ ਸੁਨਤ ਇਤਿਹਾਸ ਹੈ ਸ੍ਰੀ ਗੁਰ ਸ਼ਰਧਾ ਦਾਨ ਅਗ ਓਗਨ ਮਲ ਹਰਨ ਕੋ ਜਲ ਸਮ ਹੈ ਸੁਖ ਐਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਰ ਦੇ ਮਸੀਤ ਪ੍ਰਸੰਗ ਵਰਣਨ ਨਾਮ 32ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ